ਤੇ ਮੇਰੀ ਕਵਿਤਾ ਦੇ ਵਿੱਚ ਬਹੁਤਾ ਫਿਰ ਭਾਰੂ ਜਿਹੜਾ ਸੀ ਉਹ ਪ੍ਰਗਤੀਸ਼ੀਲ ਪ੍ਰੋਗਰੈਸਿਵ ਜਿਹੜੇ ਵਿਸ਼ੇ ਸੀ ਉਹ ਹੀ ਰਹੇ। ਲੋਕਾਂ ਦੇ ਬੁੱਲ੍ਹਾਂ ਉੱਤੇ ਉਹ ਗੀਤ ਕਿਵੇਂ ਚੜ੍ਹੇ, ਕਿਉਂ ਚੜ੍ਹੇ, ਉਹਦੇ ਕੀ ਕਾਰਨ ਸੀ। ਟੈ ਨਾ ਮੰਨਣ ਕਿਸੇ ਦੀ, ਖੜ ਜਾਂਦੇ ਮੋਢੇ ਤੇ ਡਾਂਗਾ ਉਲਾਰ ਕੇ। ਇਹ ਸਾਡੇ ਫੋਕਲੋਰ ਦੇ ਵਿੱਚ ਕਿਉਂ ਇੰਨਾ ਵੱਧ ਉੱਪਰਦਾ ਹੈਗਾ। ਜਦੋਂ ਕੋਈ ਨਾ ਜ਼ਿੰਦਗੀ ਜਿਉਣ ਦਾ ਕਿਸੇ ਜਾਤੀ ਦੇ ਵਿੱਚ ਆਪਦਾ ਤਰਕ ਲੱਭਦੀ ਹੈ ਤਾਂ ਉਹ ਆਪਦੇ ਇਤਿਹਾਸ ਨੂੰ ਵੀ ਫਰੋਲਦੀ ਆ, ਆਪਦੇ ਅਤੀਤ ਨੂੰ ਵੀ ਫਰੋਲਦੀ ਹੈ। ਤਲਵਾਰ ਤੇ ਕਿਰਪਾਨ 'ਚ ਕੀ ਫਰਕ ਹੁੰਦਾ? ਫਿਰ ਉੱਥੇ ਇਹ ਵੀ ਹੁੰਦਾ ਕਿ ਤੁਹਾਡੀ ਪਹਿਲ ਤੇ ਤੁਹਾਡਾ ਡਿਫੈਂਸ। ਇਹ ਦਿੱਲੀ ਦੇ ਲਾਲ ਕਿਲੇ ਵਾਲੀ ਗੱਲ ਵੀ ਵਾਪਰਦੀ ਹੈ। ਇਹ ਦੋਨਾਂ ਦਾ ਮਿਕਸ ਹੈ, ਇੱਕ ਬਲੈਂਡ ਬਣਦਾ ਹੈਗਾ ਕਿ ਨਾਬਰੀ ਵੀ ਹੈਗੀ ਹੈ ਤੇ ਉਹਦੇ ਨਾਲ ਤੁਹਾਡਾ ਸਿਦਕ ਤੇ ਸਬਰ ਵੀ ਹੈਗਾ। ਮਲਵਈ ਕਵੀਸ਼ਰੀ ਪਰੰਪਰਾ ਨਰੋਲ ਤੇ ਨਰੋਲ ਮਾਲਵਾ ਖਿੱਤੇ ਦਾ ਇਹ ਗਾਇਨ ਵੀ ਹੈਗਾ ਤੇ ਨਾਲ ਮਾਲਵਾ ਖਿੱਤੇ ਦੇ ਇਹ ਕਿੱਸਿਆਂ ਦੇ ਵਾਂਗ ਇੱਕ ਬਰਤਾਂਤ ਕਾਵਿ ਵੀ ਹੈ। ਇਹ ਜਿਹੜਾ 50 ਸਾਲ ਦਾ ਸਮਾਂ ਮਾਲਵੇ ਦੇ ਵਿੱਚ, ਇਹ ਉਹ 50 ਸਾਲ ਦੇ ਵਿੱਚ ਇਹ ਕਵੀਸ਼ਰੀ ਦਾ ਸਮਾਂ, ਉਸ ਵੇਲੇ ਕਵੀਸ਼ਰਾਂ ਦਾ ਜਿਹੜਾ ਸੀ ਦੌਰ ਸੀ ਜਾਂ ਕਵੀਸ਼ਰਾਂ ਦਾ ਦੌਰ ਸੀ, ਉਹ ਬਹੁਤ ਹੀ ਪੀਕ ਦੇ ਉੱਤੇ ਰਿਹਾ। ਆਦਮੀ ਦਾ ਖੂਨ ਤੇਰੇ ਨਹੀਂ ਬਚਣਾ, ਰਾਜ ਦਾ ਹੈ ਤੇਜ ਵੇ ਤੂੰ ਨਹੀਂ ਬਚਣਾ। ਜਿਹੜੀ ਮਾਜੂਸੀ ਅਰਜੀਤ ਸਿੰਘ ਦੇ ਜਾਣ ਦੇ ਨਾਲ ਹੋਈ, ਅੰਗਰੇਜ਼ਾਂ ਦੀ ਚੜ੍ਹਤ ਹੋਈ, ਉਹਦੇ ਨਾਲ ਸਾਡੀ ਫਿਰ ਨਾਬਰਤਾ ਫਿਰ ਜਾਗਦੀ ਹੈਗੀ ਹੈ। ਲੋਕਾਂ ਦੇ ਲੋਕ ਨਾਇਕ ਸਰਕਾਰਾਂ ਤੇ ਤਖਤਾਂ ਦੇ ਲਈ ਡਾਕੂ ਹੁੰਦੇ ਸੀ। ਠੀਕ ਹੈ। ਅੱਜ ਦੇ ਸਮੇਂ ਦੇ ਵਿੱਚ ਜੋ ਆਪਣੇ ਹੱਕਾਂ ਲਈ ਸਰਕਾਰਾਂ ਲਈ ਅੱਤਵਾਦੀ ਨੇ। ਇਤਿਹਾਸ ਦੇ ਵਿੱਚ ਉਹ ਦਰਜ ਹੁੰਦੇ ਆ ਤਾਂ ਉਹੀ ਅੱਤਵਾਦੀ ਜਿਹੜੇ ਸੀ ਉਹ ਨਾਇਕ ਬਣ ਜਾਂਦੇ ਆ। ਔਰਤਾਂ ਵੱਲੋਂ ਹੀ ਲਿਖੇ ਗਏ, ਔਰਤਾਂ ਵੱਲੋਂ ਹੀ ਗਾਏ ਗਏ ਤੇ ਔਰਤਾਂ ਵੱਲੋਂ ਹੀ ਸੰਭਾਲੇ ਗਏ। ਜਿਹੜੇ ਸਿੰਘ ਜੰਗਲਾਂ 'ਚ ਰਹਿੰਦੇ ਹੋਣ, ਘੋੜੇ ਦੇ ਉੱਤੇ ਸੌਂਦੇ ਹੋਣ, ਇਹੋ ਜਿਹਾ ਸਮਾਂ ਪੈਦਾ ਹੋਵੇ ਤੇ ਔਰਤ ਘਰੇ ਇਕੱਲੀ ਹੋਵੇ, ਉਹਦੀ ਫਿਰ ਆਹ ਜਿਹੜੀ ਤੁਸੀਂ ਗੀਤਾਂ ਦੀ ਟੂਕ ਬੋਲੀ ਹੈ, ਇਹ ਹੂਕ ਇਹੀ ਫਿਰ ਨਿਕਲੇਗੀ। ਉਹ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਸਾਹਿਤ ਦੇ ਸੰਗ। ਤੇ ਅੱਜ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਜਿਸ ਲੇਖਕ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹਨਾਂ ਦਾ ਪੰਜਾਬੀ ਲੇਖਣੀ ਦੇ ਵਿੱਚ ਕਲਮ ਦਾ ਸਫ਼ਰ ਵੀ ਕਾਫੀ ਲੰਬਾ ਹੈ। ਤਕਰੀਬਨ 1980 ਤੋਂ ਲੈ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਤੇ ਹੁਣ ਤੱਕ ਲਿਖਦੇ ਆ ਰਹੇ ਨੇ। ਜ਼ਿਆਦਾਤਰ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਵੱਲੋਂ ਸ਼ੁਰੂਆਤ ਭਾਵੇਂ ਕਹਿ ਦਈਏ ਕਾਵਿ ਸੰਦਰਭ ਤੋਂ ਹੁੰਦੀ ਹੈ, ਪਰ ਹੌਲੀ ਹੌਲੀ ਆਲੋਚਨਾ ਦੀਆਂ ਕਿਤਾਬਾਂ ਵੀ ਉਹ ਲਿਖਦੇ ਨੇ। ਖਾਸ ਤੌਰ 'ਤੇ ਪੰਜਾਬੀ ਸੱਭਿਆਚਾਰ ਲੋਕ ਧਾਰਾ ਨਾਲ ਜੁੜੇ ਹੋਏ ਵਿਸ਼ਿਆਂ ਉੱਤੇ ਉਹਨਾਂ ਨੇ ਵੀ ਲਿਖਿਆ। ਸੋ ਮੇਰੇ ਹੱਥ ਵਿੱਚ ਜਿਹੜੀ ਕਿਤਾਬ ਹੈ ਮਲਵਈ ਕਵੀਸ਼ਰੀ ਪਰੰਪਰਾ। ਸੋ ਮੈਂ ਗੱਲ ਜ਼ਿਕਰ ਕਰਾਂ ਡਾਕਟਰ ਲਾਭ ਸਿੰਘ ਖੀਵਾ ਜੀ ਦਾ, ਜੋ ਇਸ ਵਕਤ ਉਹਨਾਂ ਦਾ ਜਿਹੜਾ ਕਲਮ ਦਾ ਸਫ਼ਰ ਉਹ ਵੀ ਲਗਾਤਾਰ ਜਾਰੀ ਹੈ ਤੇ ਹੁਣ ਚੰਡੀਗੜ੍ਹ ਦੇ ਵਿੱਚ ਸੰਵੇਦਨਾ ਮੰਚ ਦੇ ਉਹ ਕਨਵੀਨਰ ਨੇ। ਸੋ ਉਹਨਾਂ ਦਾ ਸਵਾਗਤ ਕਰ ਲੈਂਦੇ ਪ੍ਰੋਗਰਾਮ ਦੇ ਵਿੱਚ। ਡਾਕਟਰ ਖੀਵਾ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਜੀ। ਜਿਵੇਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਹਫ਼ਤੇ ਜੋ ਕਲਮ ਦੇ ਧਨੀ ਨੇ, ਜਿਨ੍ਹਾਂ ਦਾ ਸਫ਼ਰ ਕਹਿ ਦਈਏ ਲੇਖਣੀ ਨਾਲ ਜੁੜਿਆ ਹੋਇਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੀ ਕਿਤਾਬਾਂ ਦੇ ਬਾਰੇ। ਅਤੇ ਪਹਿਲਾ ਮੇਰਾ ਸਵਾਲ ਇਹੀ ਹੁੰਦਾ ਹੈ ਕਿ ਇੱਕ ਤਾਂ ਨਾ ਹਰ ਇੱਕ ਦਾ ਸ਼ੌਂਕ ਹੁੰਦਾ ਲਿਖਣ ਦਾ, ਅਤੇ ਕਈ ਵਾਰ ਹੌਲੀ ਹੌਲੀ ਜਦੋਂ ਆਪਾਂ ਪੜ੍ਹਾਈ ਲਿਖਾਈ ਕਰਦੇ ਹਾਂ ਤਾਂ ਉਹਦੇ ਨਾਲ ਉਹ ਸ਼ੌਂਕ ਵੀ ਵੱਧ ਫੁੱਲਣ ਜਾਂਦਾ। ਅਤੇ ਹਰ ਇੱਕ ਦਾ ਲਿਖਣ ਦਾ ਤਰੀਕਾ ਵੀ ਵੱਖਰਾ ਵੱਖਰਾ ਹੁੰਦਾ ਅਤੇ ਲਿਖਣ ਸ਼ੁਰੂ ਕਰਨ ਦੀ ਜੋ ਸਬੱਬ ਬਣਦਾ ਉਹ ਵੀ ਵੱਖਰਾ ਵੱਖਰਾ ਹੁੰਦਾ। ਅਤੇ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਤੁਸੀਂ ਐਜ਼ ਅ ਟੀਚਰ ਜੋਬ ਕਰਦੇ ਰਹੇ ਹੋ, ਅਤੇ ਉਹ ਤੋਂ ਬਾਅਦ ਅਧਿਆਪਕ, ਪਹਿਲਾਂ ਵਿਦਿਆਰਥੀ ਫਿਰ ਅਧਿਆਪਕ ਅਤੇ ਫਿਰ ਇੱਕ ਲੇਖਕ। ਇਹ ਸਫ਼ਰ ਬਾਰੇ ਸਾਨੂੰ ਥੋੜ੍ਹਾ ਜਿਹਾ ਸੰਖੇਪ ਰੂਪ ਵਿੱਚ ਜਾਣਕਾਰੀ ਦਿਓ। ਦਰਅਸਲ ਮੇਰਾ ਜਿਹੜਾ ਸਾਰਾ ਲਿਖਣ ਦਾ ਸਫ਼ਰ ਹੈ ਜੀ, ਉਹ ਜਿਹੜੇ ਘਰ ਦੇ ਵਿੱਚ, ਜਿਹੜੇ ਆਲੇ ਦੁਆਲੇ ਦੇ ਵਿੱਚ, ਜਿਹੜੇ ਸਮਾਜ 'ਚ ਮੈਂ ਜੰਮਿਆ ਪਲਿਆ ਅਤੇ ਵੱਡਾ ਹੋਇਆ, ਤਾਂ ਉਸ ਵੇਲੇ ਸਾਡਾ ਬਹੁਤਾ ਵਾਹ ਮੇਲਿਆਂ 'ਤੇ ਵਿਖਦੇ ਕਿੱਸਿਆਂ ਨਾਲ ਪੈਂਦਾ ਸੀ।
ਸਾਡੇ ਕੋਲੇ ਮੇਰੇ ਉਸ ਵੇਲੇ ਦੇ ਵਿੱਚ, ਮੇਰੇ ਬਚਪਨ ਵੇਲੇ ਦੇ ਵਿੱਚ ਕਿਤਾਬ ਇੰਨੀ ਸੌਖੀ ਤਰ੍ਹਾਂ ਜਿਹੜੀ ਸੀ ਉਹ ਅਵੇਲੇਬਲ ਨਹੀਂ ਸੀ ਹੁੰਦੀ ਗੀ। ਸੋ ਉਹ ਕਿੱਸੇ ਵਗੈਰਾ ਮੇਲਿਆਂ ਤੋਂ ਮਿਲਣੇ, ਉਹ ਪੜ੍ਹਨੇ। ਕੁਝ ਆਪਦੇ ਘਰ ਦੇ ਵਿੱਚ ਮੇਰਾ ਇੱਕ ਵੱਡਾ ਭਰਾ, ਸਭ ਤੋਂ ਵੱਡਾ ਬਾਈ ਜੀ ਸੀ, ਉਹਨੂੰ ਕਹਿੰਦੇ ਸੀ, ਉਹ ਕਿੱਸਿਆਂ ਦਾ ਬਹੁਤ ਸ਼ੌਕੀਨ ਸੀ ਅਤੇ ਕਿੱਸੇ ਉਹ ਲੈ ਕੇ ਆਉਂਦਾ। ਮੇਰਾ ਅਸਲ ਵਿੱਚ ਉੱਥੋਂ ਰੁਝਾਨ ਇਹਦੇ ਵੱਲ ਬਣਿਆ ਅਤੇ ਉਹ ਕਿੱਸਿਆਂ ਦੇ ਰਾਹੀਂ ਹੀ ਮੇਰੇ ਅੰਦਰ ਕਵਿਤਾ ਦੇ ਜਿਹੜੇ ਸੀ ਬੀਜ ਜਿਹੜੇ ਉਹ ਪੁੰਗਰੇ। ਅਤੇ ਜੇ ਮੈਂ ਫਿਰ ਕਵਿਤਾ ਦੇ ਬੀਜ ਪੁੰਗਰੇ ਤਾਂ ਕਵਿਤਾ ਮੈਂ ਲਿਖੀ। ਪਹਿਲੀ ਕਿਤਾਬ ਮੇਰੀ 1980 ਦੇ ਵਿੱਚ ਆਈ, ਸੂਹੇ ਬੋਲ। ਅਤੇ ਜੇ ਮੈਂ ਕਵਿਤਾ ਤੋਂ ਤਿਲਕ ਦਾ ਆਲੋਚਨਾ ਵੱਲ ਚਲਿਆ ਗਿਆ ਤਾਂ ਉਹ ਮੇਰਾ ਜਿਹੜਾ ਅਕੈਡਮਿਕ ਕੈਰੀਅਰ ਸੀ, ਮੈਂ ਜਦੋਂ ਪ੍ਰੋਫੈਸਰ ਬਣਿਆ, ਮੈਂ PhD ਕੀਤੀ, MPhil ਕੀਤੀ, ਖੋਜ ਦਾ ਕਾਰਜ ਕੀਤਾ। ਤਾਂ ਜਿਹੜੇ ਫੀਲਡ ਦੇ ਵਿੱਚ ਖੋਜ ਦਾ ਕਾਰਜ ਕੀਤਾ, ਜਿਵੇਂ ਪਹਿਲਾਂ ਜ਼ਿਕਰ ਕੀਤਾ ਤੁਸੀਂ ਕਿ ਮੇਰਾ ਖੋਜ ਦਾ ਜਿਹੜਾ ਖੇਤਰ ਹੈ ਉਹ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਹੈ, ਉਹਦੇ ਨਾਲ ਮੈਂ ਆਲੋਚਨਾ ਵੱਲ ਵੱਧ ਖਿੱਚਿਆ ਗਿਆ। ਅਤੇ ਜਿਹੜੀ ਮੇਰਾ ਜਿਹੜਾ ਕਵਿਤਾ ਦਾ ਜਿਹੜਾ ਪੰਛੀ ਸੀ ਉਹ ਕਿਸੇ ਪਿੰਜਰੇ ਦੇ ਵਿੱਚ ਹੀ ਕਿਤੇ ਕੈਦ ਰਿਹਾ। ਨਹੀਂ ਲੱਗਦਾ ਕਦੇ ਕਦੇ ਉਡਾ ਲੈਂਦਾ ਪੰਛੀ, ਪਿੰਜਰੇ 'ਚ ਕੈਦ ਨਹੀਂ ਰਿਹਾ। ਉਹ ਪੰਛੀ ਨੇ ਆਪਣਾ ਰੰਗ ਢੰਗ ਥੋੜ੍ਹਾ ਬਦਲ ਲਿਆ, ਉਹ ਡਿਵੈਲਪ ਹੋ ਗਿਆ ਥੋੜ੍ਹਾ ਜਿਹਾ ਦੂਜੇ ਪਾਸੇ ਨੂੰ। ਕਹਿੰਦਾ ਨਹੀਂ ਮਨੁੱਖ ਪਹਿਲਾਂ ਉਹ ਸੀ, ਫਿਰ ਉਹ ਬਦਲਦਾ ਉਹ ਰੂਪ ਗਿਆ, ਤਾਂ ਰੂਪ ਬਦਲਦਾ ਗਿਆ ਥੋੜ੍ਹੀ ਲੇਖਣੀ ਦਾ, ਕਲਮ ਦਾ, ਪੰਛੀ ਦਾ ਰੂਪ ਬਦਲ ਗਿਆ। ਠੀਕ ਹੈ। ਅਤੇ ਜਿਹੜੀ ਗੱਲ ਇਹ ਹੈ ਵੀ ਜਦੋਂ ਵੀ ਕਿਸੇ ਲੇਖਕ ਦੀ ਲਿਖਣੀ ਦੀ ਸ਼ੁਰੂਆਤ ਹੁੰਦੀ ਹੈ ਨਾ, ਤਾਂ ਉਹ ਅਕਸਰ ਹੁੰਦਾ ਵੀ ਕਾਵਿ ਰੂਪ ਤੋਂ ਹੀ ਹੁੰਦੀ ਹੈ। ਕੋਈ ਸ਼ੇਰੋ ਸ਼ਾਇਰੀ, ਨਵੀਂ ਉਮਰ ਹੁੰਦੀ ਹੈ ਨਾ, ਤਾਂ ਹਰ ਇੱਕ ਦੀ ਜਿਹੜੀ ਚੇਤਨਾ ਐਡੀ ਨਹੀਂ ਹੁੰਦੀ ਕੋਈ ਲੰਬੀ ਚੀਜ਼ ਪੜ੍ਹ ਸਕੇ। ਉਹ ਬਲਬਲੇ ਉੱਠਦੇ ਨੇ, ਗੀਤ ਸੁਣਦਾ, ਸੰਗੀਤ ਸੁਣਦਾ, ਤਾਂ ਹੌਲੀ ਹੌਲੀ ਚੇਟਕ ਲੱਗਦੀ ਹੈ। ਅਤੇ ਬਾਕੀ ਕੁਦਰਤ ਦੀ ਕਦੀ ਅਤੇ ਕਾਦਰ ਦੀ ਬਰਕਤ ਹੁੰਦੀ ਹੈ ਵੀ ਉਹ ਕਿੱਧਰ ਨੂੰ ਚੱਲ ਪੈਂਦਾ, ਕਿਹੜੀ ਚੇਤਨਾ, ਕਿਹੜੀ ਸੰਵੇਦਨਾ ਉਹਦੇ ਦਿਲ ਦੇ ਵਿੱਚ ਪਹੁੰਚਦੀ ਹੈ। ਕਿਉਂਕਿ ਸ਼ੁਰੂਆਤ ਦੇ ਵਿੱਚ ਲੱਗਦਾ ਨਹੀਂ ਬੰਦਾ ਦਿਮਾਗ ਤੋਂ ਲਿਖਣਾ ਸ਼ੁਰੂ ਕਰਦਾ, ਸ਼ੁਰੂ 'ਚ ਤਾਂ ਉਹ ਦਿਲ ਤੋਂ ਹੀ ਲਿਖਦਾ ਵੀ ਜੋ ਦਿਲ 'ਚ ਆਉਂਦਾ, ਫਿਰ ਹੌਲੀ ਹੌਲੀ ਉਹ ਦਿਮਾਗ ਵਰਤਣ ਲੱਗ ਜਾਂਦਾ। ਠੀਕ ਆ। ਅਤੇ ਜੇਕਰ ਕਵਿਤਾ ਦੀ ਗੱਲ ਕਰਦੇ ਹਾਂ, ਤੁਹਾਡੀ ਸਭ ਤੋਂ ਪਹਿਲੀ ਕਿਤਾਬਾਂ ਦੀ ਗੱਲ ਕਰਦੇ ਹਾਂ, 1980 ਦੇ ਵਿੱਚ ਤੁਸੀਂ ਪਹਿਲੀ ਕਿਤਾਬ ਲਿਖੀ ਹੈ। ਅਤੇ ਉਹਦੇ ਵਿੱਚ ਜੇਕਰ ਆਪਾਂ ਵਿਸ਼ਿਆਂ ਦੀ ਗੱਲ ਕਰੀਏ, ਕਿਉਂਕਿ ਇੱਕ ਉਮਰ ਹੁੰਦੀ ਹੈ ਨਾ, ਤਾਂ ਉਹ ਵਿਸ਼ੇ ਵੀ ਚੁਣਨੇ ਜ਼ਰੂਰੀ ਹੁੰਦੇ ਨੇ, ਮਾਹੌਲ ਹੋ ਜਾ ਹੁੰਦਾ। ਉਹਦੇ ਵਿੱਚ ਕਿਹੜੇ ਵਿਸ਼ੇ ਸੀ ਤੁਹਾਡੇ? ਕਿਸ ਚੀਜ਼ ਨੇ ਤੁਹਾਨੂੰ ਜ਼ਿਆਦਾ ਭਾਵੁਕ ਕੀਤਾ, ਲਿਖਣ ਦੇ ਲਈ ਮਜਬੂਰ ਕੀਤਾ? ਅਸਲ ਵਿੱਚ ਉਮਰ ਦੇ ਮੁਤਾਬਕ ਤਾਂ ਜਿਹੜੇ ਪਹਿਲੇ ਰੂਪ 'ਚ ਵਿਸ਼ੇ ਹੁੰਦੇ ਆ ਉਹ ਰੋਮਾਂਟਿਕ ਹੀ ਵਿਸ਼ੇ ਹੁੰਦੇ ਹੈਗੇ ਆ। ਪਰ ਕਿਉਂਕਿ ਸਕੂਲ ਪੜ੍ਹਦਿਆਂ ਹੀ ਮੈਨੂੰ ਥੋੜ੍ਹੀ ਬਹੁਤੀ ਅਧਿਆਪਕ ਦੇ ਰਾਹੀਂ ਇੱਕ ਸਿਆਸੀ ਅਤੇ ਵਿਚਾਰਧਾਰਕ ਚੇਤਨਤਾ ਮਿਲ ਗਈ ਸੀ, ਜਿਸ ਕਰਕੇ ਮੈਂ ਬਹੁਤ ਹੀ ਜਲਦੀ ਜਿਹੜਾ ਕਵਿਤਾ ਦੇ ਵਿੱਚ ਇੱਕ ਹਲਕਾ ਜਿਹਾ ਰੋਮਾਂਸਿਜ਼ਮ ਹੁੰਦਾ ਹੈ, ਉਹ ਤੋਂ ਮੈਂ ਖਹਿੜਾ ਛੁਡਾ ਲਿਆ ਸੀ। ਅਤੇ ਮੇਰੀ ਕਵਿਤਾ ਦੇ ਵਿੱਚ ਬਹੁਤਾ ਫਿਰ ਭਾਰੂ ਜਿਹੜਾ ਸੀ ਉਹ ਪ੍ਰਗਤੀਸ਼ੀਲ, ਪ੍ਰੋਗਰੈਸਿਵ ਜਿਹੜੇ ਵਿਸ਼ੇ ਸੀ ਉਹ ਹੀ ਰਹੇ। ਉਹ ਵਿਸ਼ੇ ਸਾਡੇ ਸਮਾਜ ਦੇ ਵਿੱਚ ਕ੍ਰਿਤੀਆਂ ਦੇ ਵੀ ਹੋ ਸਕਦੇ ਆ, ਉਹ ਵਿਸ਼ੇ ਔਰਤ ਨਾਲ ਸੰਬੰਧਿਤ ਵੀ ਹੋ ਸਕਦੇ ਆ। ਇਸ ਤਰ੍ਹਾਂ ਦੇ ਵਿਸ਼ੇ ਮੇਰੇ ਬਹੁਤੇ ਭਾਰੂ ਫਿਰ ਉਹ ਹੀ ਰਹੇ। ਉਹ ਕਿੰਨੇ ਕੁ ਪੱਧਰ 'ਤੇ ਮੈਂ ਵਧੀਆ ਤਰ੍ਹਾਂ ਪੇਸ਼ ਕਰ ਸਕਦਾ ਜੀ ਕਵਿਤਾ ਦੇ ਵਿੱਚ, ਉਹ ਮੇਰੀ ਆਪਣਾ ਹਜੇ ਕਲਾ ਦਾ ਪੱਧਰ ਜਿੰਨਾ ਕਿ ਉਹਦੇ ਮੁਤਾਬਕ ਕਰ ਸਕਦਾ ਜੀ। ਪਰ ਵਿਸ਼ਿਆਂ ਦੇ ਪੱਧਰ 'ਤੇ ਮੈਂ ਜੋ ਸੋ ਕਾਲਡ ਰੋਮਾਂਟਿਸਿਜ਼ਮ ਹੁੰਦਾ ਹੈ, ਮੈਂ ਉਹ ਤੋਂ ਖਹਿੜਾ ਛਡਾ ਚੁੱਕਿਆ ਸੀ। ਪੜ੍ਹਦੇ ਵੀ ਉਦੋਂ ਕਿਹਨੂੰ ਪੜ੍ਹਦੇ ਸੀ ਜ਼ਿਆਦਾ? ਇਹ ਵੀ ਫਰਕ ਪੈਂਦਾ ਨਾ। ਉਸ ਵੇਲੇ ਜਿਹੜਾ ਪੜ੍ਹਨ ਦਾ ਮਾਹੌਲ ਇਹ ਸੀ, ਸਾਰੇ ਹੀ ਯੂਥ ਦਾ ਵਿੱਚ ਮੈਂ ਉਹ ਇਹ ਸੀ ਕਿ ਸੋਵੀਅਤ ਯੂਨੀਅਨ ਦਾ ਜਿਹੜੇ ਬਹੁਤੇ ਸਾਹਿਤ ਆਉਂਦਾ ਸੀ, ਵਿਸ਼ੇਸ਼ ਕਰਕੇ ਸੋਵੀਅਤ ਯੂਨੀਅਨ ਦੀ ਜਿਹੜੀ ਨਾਵਲਕਾਰੀ ਸੀ, ਜਿਹੜੇ ਨਾਵਲ ਸੀ, ਉਹ ਚਾਹੇ ਗੋਰਕੀ ਦੀ ਮਾਂ ਹੈ ਸੀ, ਚਾਹੇ ਇੰਨਾ ਚੋਠੇ ਸੂਰਮਾ ਇਹ ਹੋਵੇ, ਜਸਵੰਤ ਸਿੰਘ ਕਮਲ, ਹਾਂ, ਜਾਂ ਸੂਰਮੇ ਦੀ ਸਿਰਜਣਾ, ਇਹ ਰਸ਼ੀਅਨ ਇੱਕ ਬਹੁਤ ਮਸ਼ਹੂਰ ਨਾਵਲ ਹੈ। ਇਸ ਤਰ੍ਹਾਂ ਦੇ ਜਿਹੜੇ ਉਸ ਵੇਲੇ ਦੇ ਰਸ਼ੀਅਨ ਸਾਹਿਤ ਆਇਆ, ਉਹਨਾਂ ਨੇ ਯੂਥ ਨੂੰ ਸਿਰ ਪ੍ਰਭਾਵਿਤ ਨਹੀਂ ਕੀਤਾ, ਯੂਥ ਦੇ ਵਿੱਚ ਜਿਹੜੀ ਰੀਡਰਸ਼ਿਪ ਹੈ ਉਹ ਵੀ ਪੈਦਾ ਕੀਤੀ। ਹਾਂ, ਕਿਉਂਕਿ ਉਹ ਜਿਹੜੇ ਦਹਾਕੇ ਦੀ ਆਪਾਂ ਗੱਲ ਕਰੀਏ 80-90 ਵਾਲਾ, ਇਹਦਾ ਨੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਸੰਤਾਪ ਹੰਢਾਇਆ ਹੈ ਇਹ ਚੀਜ਼, ਤਾਂ ਕਰਕੇ ਇਹਦਾ ਸੁਭਾਵਿਕ ਹੈ ਕਿ ਉਹ ਹਾਲਾਤਾਂ ਦਾ ਅਸਰ ਆ ਜਿਹੜਾ ਚੇਤਨ ਮਨ ਹੈ ਉਹਨਾਂ 'ਤੇ ਪੈਂਦਾ ਹੀ ਹੈ, ਅਤੇ ਉਹਦੀ ਲਿਖਣੀ 'ਤੇ ਅਸਰ ਹੁੰਦਾ ਹੀ ਹੈ। ਅਤੇ ਕਵਿਤਾ ਤੋਂ ਅਗਲਾ ਜਿਵੇਂ ਕਹਿ ਦਈਏ, ਫਿਰ ਦੂਜੀ ਕਿਤਾਬ ਦਾ ਸਬੱਬ ਕਦੋਂ ਕੁ ਬਣਿਆ, ਕਿੰਨਾ ਕੁ ਸਫ਼ਰ ਤੈਅ ਕਰਨਾ ਪਿਆ? ਫਿਰ ਦੂਜੀ ਕਿਤਾਬ ਜਿਹੜੀ ਮੇਰੀ ਆਈ, ਉਹ ਕਿਤਾਬ ਮੇਰੀ ਲਗਭਗ
90 ਦੇ ਵਿੱਚ ਮੇਰੀ ਕਿਤਾਬ ਆ ਗਈ ਸੀ। ਉਹ ਅਸੀਂ ਆਲੋਚਨਾ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੇਰੀ ਡਾਕਟਰ ਹਰਚਰਨ ਸਿੰਘ ਦੇ ਜਿਹੜੇ ਕਾਂਗੀ ਸੀ ਉਹਨਾਂ ਦੇ ਉੱਤੇ ਮੇਰੀ ਕਿਤਾਬ ਦੂਜੀ ਆ ਗਈ ਸੀ ਉਸ ਵੇਲੇ। ਫਿਰ ਇਹਦੇ ਨਾਲ ਹੀ ਬਹੁਤ ਹੀ ਜਲਦੀ ਕਿਤਾਬ ਮੇਰੀ ਆ ਗਈ ਸੀ ਜਿਹੜੇ ਮਾਲਵੇ ਦੇ ਲੰਮੇ ਗਾਉਣ ਹੈ, ਵਿਆਹ 'ਤੇ ਗਾਏ ਜਾਂਦੇ ਹੇਕਾਂ ਵਾਲੇ, ਕਿਉਂਕਿ ਮੈਂ ਸੱਭਿਆਚਾਰ ਦੇ ਫੀਲਡ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਸੀ। ਇਸ ਕਰਕੇ ਜਿਹੜਾ ਮੇਰੀ ਕਿਤਾਬ ਇਹ ਆਈ ਮਾਲਵੇ ਦੇ ਲੰਮੇ ਗਾਉਣ। ਤੇ ਜਿਵੇਂ 1980 ਤੁਸੀਂ ਇਸ ਕਾਵਿ ਰੂਪ ਵਿੱਚ ਲਿਖਿਆ, ਫਿਰ ਉਹ ਤੋਂ ਬਾਅਦ 1999 ਦੇ ਵਿੱਚ ਤੁਸੀਂ PhD ਪੂਰੀ ਕੀਤੀ ਆਪਣੀ, ਤੇ ਉਹਦੇ ਵਿਸ਼ੇ ਸੀ ਜਿਹੜੇ ਉਹ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਸੀ। ਤਾਂ ਫਿਰ ਇਹ ਲੋਕਧਾਰਾ ਵਾਲਾ ਵਿਸ਼ਾ ਚੁਣਨ ਦਾ ਸਬੱਬ ਵੀ ਆਪਣਾ ਪਿੰਡ ਜਿਹੜਾ ਖੇਤਰ ਆ, ਪਿੰਡਾਂ 'ਚ ਵਿਚਰੇ ਹੋਏ ਆ, ਉਹੀ ਮੁੱਖ ਕਾਰਨ ਬਣੀ? ਹਾਂ, ਮੁੱਖ ਕਾਰਨ ਉਹੀ ਬਣਿਆ ਵੀ ਵਿਆਹਾਂ 'ਚ ਉਹ ਗੀਤ ਸੁਣੀਦੇ ਹੈ ਸੀ। ਇੱਕ ਮਾਲਵੇ ਦੇ ਕਲਚਰ ਨੂੰ, ਇੱਕ ਖੇਤਰੀ ਕਲਚਰ ਨੂੰ ਸਮਝਣ ਦਾ ਵੀ ਕੁਝ ਗੱਲ ਹੈ ਸੀ। ਕੁਝ ਆਜ਼ਾਦੀ ਤੋਂ ਬਾਅਦ ਮਾਲਵਾ ਸਿਆਸੀ ਤੌਰ 'ਤੇ ਸਮਾਜਿਕ ਤੌਰ 'ਤੇ ਭੂਗੋਲਿਕ ਤੌਰ 'ਤੇ ਇੱਕ ਵੱਡਾ ਖਿੱਤਾ ਬਣ ਗਿਆ ਸੀ। ਉਸ ਖਿੱਤੇ ਦੇ ਕਰਕੇ ਵੀ ਮੈਂ ਚਾਹੁੰਦਾ ਸੀ ਇਹਦੇ ਕਲਚਰ ਦੇ ਜਿਹੜੇ ਕੁਝ ਵਿਸ਼ੇਸ਼ ਪੱਖ ਹੈ ਉਹ ਅੱਗੇ ਰੱਖੇ ਜਾਣ। ਕੀ ਸਭ ਗੱਲ ਇਹ ਵੀ ਜਿਹੜਾ ਵਿਸ਼ਾ ਤੁਸੀਂ ਚੁਣਿਆ ਇਹ ਪੰਜਾਬ ਦੇ ਕਦੀ ਖੂਨ 'ਚ ਹੈ, ਇਹ ਵਿਸ਼ਾ ਪੰਜਾਬੀ ਸੱਭਿਆਚਾਰ ਕਦੀ ਪੰਜਾਬ ਸੱਭਿਆਚਾਰ ਦੀ ਧਰਤੀ ਹੈ, ਲੋਕ ਗੀਤ ਹੈ ਨਾ, ਲੋਕ ਨਾਚ ਹਰ ਇੱਕ ਚੀਜ਼ ਹੈ। ਤਾਂ ਫਿਰ ਜਦੋਂ ਤੁਸੀਂ ਇਹਨੂੰ ਆਪਾਂ ਅਧਿਐਨ ਦਾ ਵਿਸ਼ਾ ਬਣਾਉਂਦੇ ਆ ਜਾਂ ਕਿਤਾਬ ਲਿਖਦੇ ਆ ਜਾਂ PhD MPhil ਕੁਛ ਵੀ ਵਿਸ਼ਿਆਂ 'ਤੇ ਕਰਦੇ ਆ ਤਾਂ ਆਪਾਂ ਨੂੰ ਹੋਰ ਗਹਿਰਾਈ 'ਚ ਜਾਣਾ ਪੈਂਦਾ, ਕਿਉਂਕਿ ਆਮ ਲੋਕਾਂ ਦੀ ਬੋਲੀ, ਆਮ ਲੋਕਾਂ ਦੇ ਗੀਤ ਨੇ ਜਾਂ ਆਪਾਂ ਕਹਿੰਦੇ ਵੀ ਲੋਕਧਾਰਾ ਦੀ ਚੀਜ਼ ਨੇ, ਤਾਂ ਉਹਦੇ 'ਚੋਂ ਕਈ ਵਾਰ ਆਪਾਂ ਨੂੰ ਬਹੁਤ ਮਿਹਨਤ ਕਰਕੇ ਨਿਖੇੜਨੀਆਂ ਚੀਜ਼ਾਂ ਪੈਂਦੀਆਂ ਨੇ, ਤਾਂ ਉਹਦੀ ਮਿਹਨਤ ਵੀ ਕਰਨੀ ਪੈਂਦੀ ਹੈ। ਤਾਂ ਇਹ ਜਦੋਂ ਤੁਸੀਂ PhD ਕੀਤੀ ਇਹਦੇ ਵਿਸ਼ੇ ਦੇ ਉੱਤੇ ਤੁਸੀਂ ਅਧਿਐਨ ਕਰ ਰਹੇ ਸੀਗੇ ਤਾਂ ਕੁਝ ਚੀਜ਼ਾਂ ਨਵੀਆਂ ਸਿੱਖਣ ਨੂੰ ਵੀ ਮਿਲਦੀਆਂ ਨੇ। ਤਾਂ ਫਿਰ ਇਸ ਲੋਕਧਾਰਾ ਦੇ ਵਿੱਚ ਲੋਕ ਗੀਤ, ਲੋਕ ਕਾਵਿ, ਲੋਕ ਨਾਟਕਾਂ ਨੂੰ, ਲੋਕ ਨਾਇਕਾਂ ਨੂੰ ਕਿਵੇਂ ਤੁਸੀਂ ਇਹਨਾਂ ਨੂੰ ਮਾਪਦੰਡ 'ਤੇ ਉਤਾਰਦੇ ਹੋ? ਕੀ ਪਰਖ ਕਰਦੇ ਹੋ ਵੀ ਹਾਂ ਇਹ ਵਾਕਈ ਲੋਕ ਗੀਤ ਨੇ, ਇਹਨਾਂ ਰਲੇਵਾਂ ਵੀ ਹੁੰਦਾ ਰਹਿੰਦਾ, ਤਾਂ ਕਿੰਨਾ ਕੁ ਮਿਹਨਤ ਵਾਲਾ ਕੰਮ ਹੈ ਇਹ? ਵੇਖੋ, ਮਿਹਨਤ ਵਾਲਾ ਕੰਮ ਤਾਂ ਪਹਿਲਾਂ ਤਾਂ ਤੁਹਾਨੂੰ ਖੇਤਰ ਦੇ ਵਿੱਚ ਜਾ ਕੇ ਜਾਨੇ ਫੀਲਡ ਦੇ ਵਿੱਚ ਜਾ ਕੇ ਉਹਦੀ ਕਲੈਕਸ਼ਨ ਕਰਨੀ ਪੈਂਦੀ ਹੈਗੀ ਹੈ। ਕਲੈਕਸ਼ਨ ਕਰਨ ਤੋਂ ਬਾਅਦ ਫਿਰ ਉਹਦਾ ਤੁਸੀਂ ਨਿਖੇੜ ਕਰਦੇ ਹੋ। ਉਹ ਨਿਖੇੜ ਫਿਰ ਇਸ ਤਰ੍ਹਾਂ ਅਸੀਂ ਕਿਵੇਂ ਕਰਦੇ ਹੈਗੇ ਆ ਕਿ ਜਿਹੜੇ ਖਿੱਤੇ ਦੇ ਵਿੱਚ ਉਹ ਨਾਇਕ ਪੈਦਾ ਹੋਏ, ਉਹ ਖਿੱਤੇ ਦੇ ਵਿੱਚ ਗਾਇਨ ਸ਼ੈਲੀ ਪੈਦਾ ਹੋਈ, ਉਸ ਖਿੱਤੇ ਦੇ ਵਿੱਚ ਉਹ ਲਿਖਿਆ ਜਾਂਦਾ ਰਿਹਾ, ਉਹ ਖਿੱਤੇ ਦੇ ਲੋਕਾਂ ਦੇ ਬੁੱਲ੍ਹਾਂ ਉੱਤੇ ਉਹ ਗੀਤ ਕਿਵੇਂ ਚੜ੍ਹੇ, ਕਿਉਂ ਚੜ੍ਹੇ, ਉਹਦੇ ਕੀ ਕਾਰਨ ਸੀ, ਉਹ ਸਾਰੇ ਕੁਝ ਅਸੀਂ ਦੇਖਦੇ ਹਾਂ। ਵਿਸ਼ੇਸ਼ ਕਰਕੇ ਜਿਹਨੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਅਤੇ ਸਾਡੇ ਗੀਤਾਂ ਦੇ ਵਿੱਚ ਸਾਡੀ ਲੋਕਧਾਰਾ ਦੇ ਵਿੱਚ ਜਿਹੜਾ ਨਾਬਰਤਾ ਹੈ, ਆਕੀਪੁਣਾ ਹੈ, ਟੈ ਨਾ ਮੰਨਣ ਕਿਸੇ ਦੀ, ਖੜ ਜਾਂਦੇ ਮੋਢੇ 'ਤੇ ਡਾਂਗਾਂ ਉਲਾਰ ਕੇ, ਇਹ ਸਾਡੇ ਫੋਕਲੋਰ ਦੇ ਵਿੱਚ ਕਿਉਂ ਇੰਨਾ ਵੱਧ ਉੱਭਰਦਾ ਹੈਗਾ? ਫਿਰ ਉਹ ਦੇਖੀਦਾ ਵੀ ਇੱਥੇ ਜਿਹੜਾ ਜਰਵਾਣਿਆਂ ਦਾ ਆਉਣ ਜਾਣ ਬਹੁਤ ਰਿਹਾ, ਜਿਸ ਕਰਕੇ ਜਿਹੜੀ ਇਹ ਪ੍ਰਤੀਧੁਨੀਆਂ ਸਾਡੇ ਗੀਤਾਂ ਦੇ ਵਿੱਚ ਉਹ ਅਕਸਰ ਮਿਲਦੀਆਂ। ਉਹ ਪ੍ਰਤੀਧੁਨੀਆਂ ਸਿਰਫ ਇਹ ਨਹੀਂ ਕਿ ਮਰਦ ਲਲਕਾਰਦਾ, ਉਹ ਪ੍ਰਤੀਧੁਨੀਆਂ ਸਾਡੀ ਜਿਹੜੀ ਔਰਤ ਸੰਵੇਦਨਾ ਹੈ ਅਤੇ ਔਰਤ ਚੇਤਨਾ ਹੈ, ਉਹਦੇ ਵਿੱਚ ਵੀ ਇਹ ਪ੍ਰਤੀਧੁਨੀਆਂ ਮਿਲਣਗੀਆਂ ਕਿ ਟਹਿ ਨਹੀਂ ਮੰਨਣੀ ਕਿਸੇ ਦੀ। ਉਹ ਤੁਹਾਡੇ ਘਰੇਲੂ ਜੀਵਨ ਵਿੱਚ ਹੈਗੀ ਹੈ, ਤੁਹਾਡੇ ਸਿਆਸੀ ਜੀਵਨ 'ਚ ਵੀ ਅਤੇ ਤੁਹਾਡੇ ਸਮਾਜਿਕ ਜੀਵਨ 'ਚ ਵੀ। ਜੇ ਅਗਲਾ ਜ਼ੁਲਮ ਕਰਦਾ ਤਾਂ ਹੱਥ ਨਹੀਂ ਜੋੜਨੇ, ਉਹਦੇ ਮੂਹਰੇ ਡਾਂਗ ਲੈ ਕੇ ਖੜਨਾ ਹੈ, ਤਾਂ ਹੀ ਇਨਕਲਾਬ ਆਉਂਦੇ ਨੇ। ਤੇ ਇਹ ਕਿਤੇ ਨਾ ਕਿਤੇ ਆਪਣੇ ਸਾਹਿਤ ਦੇ ਵਿੱਚ ਹੀ ਹੈ ਸਭ ਚੀਜ਼ਾਂ। ਹਾਂ, ਸਾਹਿਤ ਵਿੱਚ ਹੈਗਾ। ਤਾਂ ਜਦੋਂ ਕੋਈ ਨਾ ਜ਼ਿੰਦਗੀ ਜਿਉਣ ਦਾ ਕਿਸੇ ਜਾਤੀ ਦੇ ਵਿੱਚ ਆਪਦਾ ਤਰਕ ਲੱਭਦੀ ਹੈ ਤਾਂ ਉਹ ਆਪਦੇ ਇਤਿਹਾਸ ਨੂੰ ਵੀ ਫਰੋਲਦੀ ਆ, ਆਪਦੇ ਅਤੀਤ ਨੂੰ ਵੀ ਫਰੋਲਦੀ ਹੈ। ਜਦੋਂ ਅਸੀਂ ਚਾਹੇ ਉਹ ਮਾਰਸਵਾਦੀ ਦ੍ਰਿਸ਼ਟੀਕੋਣ ਤੋਂ ਕੋਈ ਲਹਿਰ ਲੜੀ ਜਾ ਰਹੀ ਹੋਵੇ ਜਾਂ ਉਸ ਦ੍ਰਿਸ਼ਟੀਕੋਣ ਤੋਂ ਕੁਝ ਲਿਖਿਆ ਜਾ ਰਿਹਾ ਹੋਵੇ, ਤਾਂ ਆਪਦੇ ਇਤਿਹਾਸ ਦੇ ਵਿੱਚ ਵੀ ਨਿਗਾਹ ਮਾਰਦਾ ਹੈ। ਉਹ ਇਤਿਹਾਸ ਦੇ ਵਿੱਚ ਨਿਗਾਹ ਮਾਰਦਾ, ਫਿਰ ਉੱਥੇ ਫਰਕ ਕਰਦਾ ਹੈਗਾ ਕਿ ਤਲਵਾਰ ਅਤੇ ਕਿਰਪਾਨ 'ਚ ਕੀ ਫਰਕ ਹੁੰਦਾ ਹੈਗਾ। ਤਲਵਾਰ ਅਤੇ ਕਿਰਪਾਨ 'ਚ ਕੀ ਫਰਕ ਹੁੰਦਾ, ਫਿਰ ਉੱਥੇ ਇਹ ਵੀ ਹੁੰਦਾ ਕਿ ਤੁਹਾਡੀ ਪਹਿਲ ਅਤੇ ਤੁਹਾਡਾ ਡਿਫੈਂਸ, ਜੇ ਤੁਸੀਂ ਅੱਗੇ ਨਾਲ ਜਵਾਬ ਦਿੰਦੇ ਹੋ, ਤੁਸੀਂ ਆਪਣੇ ਸਵੈ ਬਚਾਓ ਦੇ ਲਈ ਜਦੋਂ ਤੁਸੀਂ ਉਹ ਗੱਲ ਦਾ ਜਵਾਬ ਦਿੰਦੇ ਹੋ, ਉਸ ਐਕਸ਼ਨ ਦਾ ਰਿਐਕਸ਼ਨ 'ਤੇ ਜਦੋਂ ਦਿੰਦੇ ਹੈਗੇ ਆ, ਇਹ ਸਾਡੇ ਇਤਿਹਾਸ 'ਚ ਵੀ ਪਿਆ, ਸਿੱਖ ਇਤਿਹਾਸ 'ਚ ਵੀ ਪਿਆ ਹੈਗਾ। ਅਤੇ ਜਿਹੜੀ ਅੱਜ ਕਿਸਾਨੀ ਮੂਵਮੈਂਟ ਲੜੀ ਜਾ ਰਹੀ ਹੈ, ਤਾਂ ਉੱਥੇ ਜੇ ਸਬਰ ਦੀ ਗੱਲ ਹੋ ਰਹੀ ਹੈ, ਉਹਦੇ ਵਿੱਚ ਜੇ ਦਿੱਲੀ ਦੇ ਲਾਲ ਕਿਲ੍ਹੇ ਵਾਲੀ ਗੱਲ ਵੀ ਵਾਪਰਦੀ ਹੈ, ਇਹ ਦੋਨਾਂ ਦਾ ਮਿਕਸ ਹੈ, ਇੱਕ ਬਲੈਂਡ ਬਣਦਾ ਹੈਗਾ
ਕਿ ਨਾਬਰੀ ਵੀ ਹੈਗੀ ਹੈ ਤੇ ਉਹਦੇ ਨਾਲ ਤੁਹਾਡਾ ਸਿਦਕ ਤੇ ਸਬਰ ਵੀ ਹੈਗਾ। ਉਹਦੇ ਬਲੈਂਡ ਦੇ ਵਿੱਚੋਂ ਦੇਖਣ ਦੀ ਲੋੜ ਹੈ, ਉਹਦੇ ਸਮਨਵਯ ਦੇ ਵਿੱਚੋਂ ਦੇਖਣ ਦੀ ਲੋੜ ਹੈ। ਕਾਲ ਦੀ ਲੋੜ ਨਹੀਂ, ਸਗੋਂ ਕਿ ਪੜ੍ਹ ਕੇ ਵਿਚਾਰ ਕੇ ਸਬਰ ਨਾਲ ਸਮਝਣ ਦੀ ਲੋੜ ਹੈ। ਹਾਂ, ਉਹ ਸਮਝਣ ਦੀ ਲੋੜ ਹੈ। ਕਿ ਉਸ ਹੋਰ ਵੀ ਤੁਹਾਡੀਆਂ ਕਿਤਾਬਾਂ ਨੇ। ਫਿਲਹਾਲ ਸਮਾਂ ਸਾਡੇ ਕੋਲ ਇੱਕ ਨਿੱਕੇ ਜਿਹੇ ਬ੍ਰੇਕ ਦਾ ਹੋ ਗਿਆ। ਤੁਹਾਡੀ ਆਲੋਚਨਾ ਦੀਆਂ ਕਿਤਾਬਾਂ ਦੇ ਬਾਰੇ ਤੇ ਜੋ ਮਾਲਵੀ ਕਵਿਸ਼ਰੀ ਪਰੰਪਰਾ ਸੱਭਿਆਚਾਰ ਬਾਰੇ ਵੀ ਗੱਲਬਾਤ ਕਰਦੇ। ਫਿਲਹਾਲ ਇੱਕ ਬ੍ਰੇਕ ਲੈ ਲਈਏ ਜੀ। ਸੋ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ। ਜਲਦ ਹਾਜ਼ਰ ਹੋਣੇ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ। ਗੱਲਬਾਤ ਕਰ ਰਹੇ ਸੀ ਡਾਕਟਰ ਲਾਭ ਸਿੰਘ ਖੀਵਾ ਜੀ ਨਾਲ। ਖੀਵਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਬ੍ਰੇਕ ਤੋਂ ਬਾਅਦ ਮੁੜ ਤੋਂ। ਤੇ ਜਿਵੇਂ ਗੱਲਬਾਤ ਆਪਾਂ ਕਰ ਰਹੇ ਸੀ ਪੰਜਾਬੀ ਸਾਹਿਤ ਦੇ ਬਾਰੇ, ਲੋਕ ਰੁਚੀਆਂ ਦੇ ਬਾਰੇ, ਲੋਕ ਧਾਰਾ ਦੇ ਬਾਰੇ, ਸੱਭਿਆਚਾਰ ਬਾਰੇ ਤੇ ਸੋਚਣੀ ਦੇ ਬਾਰੇ। ਤੇ ਤੁਹਾਡੀਆਂ ਦੋ ਕਿਤਾਬਾਂ ਨੇ ਨਾਲ ਦੀ ਨਾਲ ਆਪਾਂ ਕਹਿ ਦਈਏ ਵੀ ਜਦੋਂ ਪੰਜਾਬੀਆਂ ਦਾ ਜ਼ਿਕਰ ਆਉਂਦਾ ਤਾਂ ਇਹਦੇ ਵਿੱਚ ਬੋਲੀਆਂ, ਗਾਉਣ, ਭੰਗੜਾ, ਗਿੱਧਾ ਇਹ ਚੀਜ਼ਾਂ ਦਾ ਕਿਤੇ ਪਰੇ ਨਹੀਂ ਰਿਹਾ। ਤੇ ਨਾਲ ਦੀ ਨਾਲ ਜਦੋਂ ਦੂਜਾ ਪਾਸਾ ਫੋਲ ਲੈਂਦੇ ਹਾਂ ਤਾਂ ਬਹਾਦਰ, ਨਿਡਰਤਾ, ਨਿਰਵੈਰਤਾ, ਸਬਰ, ਸੰਤੋਖ, ਡਟਣ ਦੀਆਂ ਗੱਲਾਂ ਵੀ ਆਉਂਦੀਆਂ ਨੇ। ਤਾਂ ਫਿਲਹਾਲ ਆਪਾਂ ਤੁਹਾਡੇ ਇਸ ਲਿਖਤਾਂ ਦੇ ਵਿੱਚੋਂ ਜਿਹੜਾ ਵਰਕ ਆਇਆ ਉਹ ਮਲਵਈ ਕਵਿਸ਼ਰੀ ਪਰੰਪਰਾ, ਮਲਵਈ ਗੌਣ ਅਧਿਐਨ ਤੇ ਸੰਪਾਦਨਾ, ਇਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ। ਤੁਹਾਡੀਆਂ ਦੋ ਕਿਤਾਬਾਂ ਨੇ, ਇਹਦੇ ਵਿੱਚ ਤੁਸੀਂ ਕਿਹਨਾਂ ਵਿਸ਼ਿਆਂ ਨੂੰ ਛੂਹਿਆ ਆ? ਪੰਜਾਬੀ ਕਵਿਸ਼ਰੀ ਦੀ ਗੱਲ ਕਰੀਏ, ਮਲਵਈ ਕਵਿਸ਼ਰੀ ਦੀ ਗੱਲ ਕਰੀਏ ਤਾਂ ਕਿਸ ਸੰਦਰਭ 'ਚ ਤੁਸੀਂ ਇਹਨੂੰ ਲਿਖਿਆ? ਮਲਵਈ ਕਵਿਸ਼ਰੀ ਪਰੰਪਰਾ ਜੀ ਨਰੋਲ ਤੇ ਨਰੋਲ ਮਾਲਵਾ ਖਿੱਤੇ ਦਾ ਇਹ ਗਾਇਨ ਵੀ ਹੈਗਾ ਤੇ ਨਾਲ ਨਾਲ ਮਾਲਵਾ ਖਿੱਤੇ ਦੇ ਇਹ ਕਿੱਸਿਆਂ ਦੇ ਵਾਂਗ ਇੱਕ ਬਰਤਾਂਤ ਕਾਵਿ ਵੀ ਹੈ। ਇੱਕ ਤਾਂ ਮੈਂ ਇਹ ਦੇਖਣਾ ਹੈ ਸੀ ਜਦੋਂ ਮੈਂ ਇਹਦੇ ਬਾਰੇ ਇਹ ਪ੍ਰੋਜੈਕਟ ਬਣਾਇਆ ਕਿ ਜਿਹੜੇ ਕਿੱਸੇ ਸਾਡੇ ਕੋਲ ਮੱਧ ਕਾਲ ਦੇ ਵਿੱਚ ਮਿਲਦੇ ਰਹੇ ਹੈ ਜੀ, ਜਿਨ੍ਹਾਂ ਵਿੱਚ ਇੱਕ ਬਰਤਾਂਤ ਸੀ, ਇੱਕ ਕਹਾਣੀ ਹੈ ਸੀ, ਉਹ ਮਾਲਵੇ ਦੇ ਵਿੱਚ ਜਿਹੜੀ ਕਵਿਸ਼ਰੀ ਪਰੰਪਰਾ ਪੈਦਾ ਹੋਈ ਉਹਦੇ ਵਿੱਚ ਉਹ ਸਾਰੇ ਵਿਸ਼ੇ ਕਿਸ ਤਰ੍ਹਾਂ ਇਹਦੇ ਵਿੱਚ ਆਏ ਤੇ ਨਵੇਂ ਵਿਸ਼ੇ ਕੀ ਆਏ। ਇਹ ਇੱਕ ਤਾਂ ਇਹਦਾ ਮੇਰਾ ਇਹ ਕਾਰਨ ਸੀ। ਬਾਕੀ ਇਹ ਵੀ ਦੇਖਣਾ ਸੀ ਕਿ ਜਿਹੜੇ ਸਾਡੇ ਸਾਰੇ ਕਿੱਸੇ ਹੈਗੇ ਆ ਉਹ ਸਾਰੇ ਕਿੱਸਿਆਂ ਦੀ ਜਿਹੜੀ ਉਹਨਾਂ ਦਾ ਜਿਹੜਾ ਅਰੂਜ ਹੈ ਜਾਂ ਛੰਦ ਪ੍ਰਬੰਧ ਹੈ ਉਹ ਸਾਰੇ ਕਿੱਸੇ ਜਿਹੜੇ ਹੈ ਉਹ ਫਾਰਸੀ ਦੇ ਛੰਦ ਪ੍ਰਬੰਧ ਤੋਂ ਜਾਂ ਫਾਰਸੀ ਦੀ ਜਿਹੜਾ ਅਰੂਜ ਹੈ ਉਹ ਤੋਂ ਪ੍ਰਭਾਵਿਤ ਹੈ। ਪਰ ਜਿਹੜਾ ਕਵਿਸ਼ਰੀ ਸੀ, ਜਿਹੜੇ ਮਾਲਵੇ ਦੇ ਕਿੱਸਾ ਕਵੀ ਸੀ ਜਿਨ੍ਹਾਂ ਨੇ ਕਵਿਸ਼ਰੀ ਲਿਖੀ, ਉਹ ਸਾਰੇ ਜਿਹੜੇ ਹੈ ਉਹ ਸਾਡੇ ਜਿਹੜੀ ਸਾਡੀ ਭਾਰਤੀ ਪਰੰਪਰਾ ਹੈ, ਸੰਸਕ੍ਰਿਤ ਦੀ ਪਰੰਪਰਾ ਹੈ, ਉਹਦਾ ਜਿਹੜੀ ਛੰਦ ਪ੍ਰਣਾਲੀ ਹੈ ਇਹ ਉਹ ਤੋਂ ਪ੍ਰਭਾਵਿਤ ਹੈ, ਉਹਦਾ ਪ੍ਰਭਾਵ ਕਬੂਲਦੀ ਹੈ। ਇਸ ਕਰਕੇ ਥੋੜਾ ਮੈਂ ਇਹ ਵੀ ਵੱਖਰਾ ਵਿਖਾਉਣਾ ਚਾਹੁੰਦਾ ਸੀ। ਦੂਜੀ ਗੱਲ ਜਿਹੜੀ ਹੈਗੀ ਹੈ ਨਾਲ ਉਹ ਮੇਰੀ ਇੱਕ ਵੱਖਰੀ ਕਿਤਾਬ ਜਲਦੀ ਆ ਰਹੀ ਹੈ 10 ਦਿਨਾਂ ਤੱਕ, ਉਹ ਹੈਗਾ ਮਾਲਵੇ ਦੇ ਵਿੱਚ ਤੇ ਵਿਸ਼ੇਸ਼ ਕਰਕੇ ਇੱਕ ਵਿਧਾ ਇਹਦੇ ਵਿੱਚ ਕਵਿਸ਼ਰੀ ਦੇ ਵਿੱਚ, ਉਹ ਵਿਧਾ ਹੈਗੀ ਹੈ ਸਾਕਾ ਕਾਵਿ ਦੀ। ਜਿੰਨੇ ਸਾਕੇ ਸਾਡੇ ਵਾਪਰੇ ਉਹ ਸਾਕਿਆਂ ਨਾਲ ਸੰਬੰਧਿਤ ਸਾਡੇ ਮੱਧ ਕਾਲ ਦੇ ਵਿੱਚ ਜਾਂ ਮੱਧ ਕਾਲ ਤੋਂ ਬਾਅਦ ਸਾਡੇ ਕੋਲ ਜੰਗਨਾਮਾ ਤਾਂ ਹੈ, ਪਰ ਪਰ ਕਵਿਸ਼ਰੀ ਦੇ ਵਿੱਚ ਜਿਹੜੇ ਸਾਕਾ ਕਾਵਿ ਲਿਖ ਗਏ ਮਾਲਵੇ ਦੇ ਵਿੱਚ ਉਹ ਨਹੀਂ ਉਹਨਾਂ 'ਚ ਮਿਲਦਾ। ਸਾਕਾ ਕਾਵਿ ਕੀ ਹੈ, ਜਿਹੜੀ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈਗੀ ਹੈ ਕਿ ਸਿਦਕ ਦੀ ਗੱਲ, ਸ਼ਹਾਦਤ ਦੀ ਗੱਲ ਤੇ ਆਪਣੇ ਅਹਿਦ ਲਈ ਸ਼ਹੀਦੀ ਦੇ ਦੇਣੀ ਕਿਸੇ ਸਮਾਜਿਕ ਤੇ ਧਾਰਮਿਕ ਕਾਰਜ ਦੇ ਲਈ, ਉਹ ਸਾਰਾ ਸਾਕਾ ਕਾਵਿ ਜਿਹੜਾ ਉਸ ਨੂੰ ਪੇਸ਼ ਕਰਦਾ ਹੈ। ਇਹ ਵੀ ਕਵਿਸ਼ਰਾਂ ਨੇ ਜਿਹੜੇ ਸੀ ਸਾਕਾ ਕਾਵਿ ਉਹ ਲਿਖੇ ਹੈਗੇ। ਤੇ ਜਿਹੜੀ ਕਵਿਸ਼ਰੀ ਦੀ ਪਰੰਪਰਾ ਇਹਦੀ ਬਾਰੇ ਗੱਲ ਕਰੀਏ, ਕਿਉਂਕਿ ਜਦੋਂ ਆਪਾਂ ਅਧਿਐਨ ਕਰਦੇ ਹਾਂ ਤਾਂ ਆਪਾਂ ਨੂੰ ਹੁੰਦਾ ਵੀ ਸ਼ੁਰੂ ਕਦੋਂ ਹੋਈ, ਇਹਦਾ ਜਿਹੜਾ ਸਭ ਤੋਂ ਉੱਪਰਲਾ ਸਮਾਂ ਸੀ, ਪੀਕ ਟਾਈਮ ਆਪਾਂ ਕਹਿ ਦਿੰਦੇ ਵੀ ਇਸ ਸਮੇਂ 'ਚ ਬਹੁਤ ਜ਼ਿਆਦਾ ਕਾਵਿ ਰੂਪ ਕੋਈ ਪ੍ਰਫੁੱਲਤ ਹੁੰਦਾ ਹੈ ਨਾ। ਜਿਵੇਂ ਵਾਰਿਸ ਸ਼ਾਹ ਦੇ ਸਮੇਂ ਕਹਿ ਦਈਏ ਵੀ ਉਦੋਂ ਹੀਰ ਦਾ ਜਿਹੜਾ ਉਹ ਸੀ ਉਦੋਂ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ। ਤੇ ਇੱਕ ਸਮਾਂ ਹੁੰਦਾ ਹਾਲਾਤਾਂ ਦੇ ਹਿਸਾਬ ਦੇ ਨਾਲ ਉਹੋ ਜਿਹੀ ਲੇਖਣੀ, ਉਹੋ ਜਿਹਾ ਗਾਉਣ ਜ਼ਿਆਦਾ ਪ੍ਰਚਲਿਤ ਹੋ ਜਾਂਦਾ। ਤੇ ਜਦੋਂ ਕਵਿਸ਼ਰੀ ਦੀ ਗੱਲ ਕਰੀਏ ਤਾਂ ਇਹਦਾ ਸਭ ਤੋਂ ਕਹਿ ਦਈਏ ਗੋਲਡਨ ਪੀਰੀਅਡ, ਸੁਨਹਿਰੀ ਸਮਾਂ ਕਿਹੜਾ ਮੰਨਿਆ ਜਾ ਸਕਦਾ ਜਦੋਂ ਇਸ ਦਾ ਵਿਕਾਸ ਹੋਇਆ? ਸੁਨਹਿਰੀ ਸਮਾਂ ਜਿਹੜਾ ਸੀ ਸਾਰਾ ਹੀ 50 ਸਾਲ ਦਾ ਸਮਾਂ ਸਿਰਫ ਜੀ। ਰਣਜੀਤ ਸਿੰਘ ਦੇ ਰਾਜ ਖਤਮ ਹੁੰਦਾ 1850 ਦੇ ਜੇ ਮਿਥਲੀਏ ਸਮਾਂ 1850 ਤੋਂ ਲੈ ਕੇ
ਸਾਡਾ 1900 ਤੱਕ ਜਿਹੜਾ ਸਾਰਾ ਸਮਾਂ ਇਹਦਾ ਵਿਚਕਾਰ ਦਾ ਸਮਾਂ ਇਹ ਸਮੇਂ ਨਾ ਤਾਂ ਸਾਡੇ ਕੋਲੇ ਆਧੁਨਿਕ ਕਵਿਤਾ ਆਈ ਸੀ। ਭਾਈ ਵੀਰ ਸਿੰਘ ਜਿਹੜਾ ਸੀ ਉਹ ਨਹੀਂ ਸੁਭਰੇ ਗਏ ਆਧੁਨਿਕ ਕਵਿਤਾ ਦੇ ਵਿੱਚ, ਤੇ ਨਾ ਅਸੀਂ ਕਿੱਸਿਆਂ ਤੋਂ ਖਹਿੜਾ ਛੁਡਾ ਚੁੱਕੇ ਸੀ। ਇਹ ਜਿਹੜਾ 50 ਸਾਲ ਦਾ ਸਮਾਂ ਮਾਲਵੇ ਦੇ ਵਿੱਚ, ਇਹ ਉਹ 50 ਸਾਲ ਦੇ ਵਿੱਚ ਇੱਕ ਕਵੀਸ਼ਰੀ ਦਾ ਸਮਾਂ, ਉਸ ਵੇਲੇ ਕਵੀਸ਼ਰਾਂ ਦਾ ਜਿਹੜਾ ਸੀ ਦੌਰ ਸੀ ਜਾਂ ਕਵੀਸ਼ਰਾਂ ਦਾ ਦੌਰ ਸੀ, ਉਹ ਬਹੁਤ ਹੀ ਪੀਕ ਦੇ ਉੱਤੇ ਰਿਹਾ। ਕਿਉਂਕਿ ਇਹ ਸਮੇਂ ਦੇ ਵਿੱਚ ਹੀ ਜਿਹੜਾ ਪੰਜਾਬ ਨੇ ਜ਼ਿਆਦਾ ਸੰਤਾਪ ਵੀ ਹੰਢਾਇਆ, ਜਿਵੇਂ ਕਹਿ ਦਈਏ ਲੜੇ ਵੀ ਨੇ, ਉਹ ਮਿਸਲਾਂ ਵੀ ਬਣੀਆਂ ਨੇ, ਉਦੋਂ ਜੋਸ਼ ਭਰਨ ਦੇ ਲਈ ਇਹ ਕਾਵਿ ਰੂਪ ਸਭ ਤੋਂ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ। ਕਿਉਂਕਿ ਇਸ ਕਰਕੇ ਜਿਹੜਾ ਤੂੰ ਉੱਭਰ ਕੇ ਗੱਲ ਕਹਿ ਰਹੇ ਹੋ, ਇਹ ਬਹੁਤ ਹੀ ਬੜੀ ਵਾਜਬ ਗੱਲ ਕਹਿ ਰਹੇ ਹੋ, ਬੜੀ ਦਿਲਚਸਪ ਗੱਲ ਕਹਿ ਰਹੇ ਹੋ ਕਿ ਕਵੀਸ਼ਰੀ ਜਿਹੜੀ ਸੀ, ਜਿਹੜੇ ਕਿੱਸੇ ਸੀ ਉਹ ਸੱਥਾਂ ਤੱਕ ਹੀ ਹੈਗੇ ਸੀ ਜਾਂ ਘਰ ਤੱਕ ਹੀ ਉਹਨਾਂ ਦੀ ਪੜ੍ਹਨ ਹੁੰਦਾ ਸੀ। ਕਵੀਸ਼ਰੀ ਇੱਕ ਅਖਾੜਿਆਂ ਦੇ ਰੂਪ ਵਿੱਚ ਪੇਸ਼ ਹੁੰਦੀ ਸੀ, ਇੱਕ ਵੱਡੇ ਵੱਡੇ ਇਕੱਠ ਦੇ ਵਿੱਚ ਅਖਾੜੇ ਲੱਗਦੇ, ਉੱਥੇ ਕਵੀਸ਼ਰੀ ਦਾ ਗਾਇਨ ਕੀਤਾ ਜਾਂਦਾ। ਇਹ ਉਹਦੀ ਵੱਖਰੀ ਵਿਸ਼ੇਸ਼ਤਾ ਹੈ। ਹੁਣ ਵਰਕਾ ਫੁੱਲੇ ਜੀ ਇੱਕ ਲਾਈਨ ਇਹਦੇ ਵਿੱਚ ਜਿਹੜੀ ਲਿਖੀ ਹੈ, ਆਦਮੀ ਦਾ ਖੂਨ ਤੇਰੇ ਨਹੀਂ ਪਚਣਾ, ਰਾਜ ਦਾ ਹੈ ਤੇਜ ਵੇ ਤੂੰ ਨਹੀਂ ਬਚਣਾ। ਹਾਂ ਠੀਕ ਹੈ ਨਾ, ਮਕਬੂਲ ਗੱਲ ਨਿਕਲਦੀ ਹੈ ਜੋ ਅੱਜ ਦੇ ਹਾਲਾਤਾਂ ਨੂੰ ਵੀ ਬਿਆਨ ਕਰਦੀ ਹੈ। ਸਰਕਾਰਾਂ ਨੇ ਜੋ ਅਹਿਲਕਾਰ ਵਜ਼ੀਰ ਨੇ, ਉਹ ਇੱਕ ਤਰੀਕੇ ਨਾਲ ਬਾਬੇ ਨਾਨਕ ਨੇ ਗੱਲ ਕਹੀ ਸੀ ਨਾ, ਰਾਜੇਸ਼ੀ ਮੁਕੱਦਮ ਕੁੱਤੇ, ਉਹ ਗੱਲ ਵੀ ਤਾਂ ਸਮਾਂ ਬਦਲਦਾ ਹੀ ਨਹੀਂ, ਚਾਹੇ ਸਰਕਾਰਾਂ ਬਦਲ ਜਾਂਦੀਆਂ ਨੇ, ਪਰ ਉਹ ਆਮ ਲੋਕਾਂ ਦਾ ਖੂਨ ਪੀਣ ਤੇ ਹੀ ਰਹਿੰਦੀਆਂ ਨੇ। ਤੇ ਇੱਕ ਸਮਾਂ ਇਹੋ ਜਿਹਾ ਹੁੰਦਾ ਕਿ ਲੋਕ ਕਹਿੰਦੇ ਨੇ ਵੀ ਸਭ ਤਖਤ ਹਿਲਾ ਦਾਂਗੇ। ਠੀਕ ਹੈ ਠੀਕ ਹੈ ਠੀਕ ਹੈ। ਕਾਰਨ ਜਿਹੜੀਆਂ ਤੁਸੀਂ ਲਾਈਨਾਂ ਪੜ੍ਹ ਰਹੇ ਹੋ, ਜਿਹੜੇ ਸਮੇਂ ਦੀ ਇਹ ਗੱਲ ਕਰ ਰਹੇ ਆ, ਜਿਹਨੂੰ ਤੁਸੀਂ ਹੁਣ ਸਮੇਂ ਦੇ ਨਾਲ ਵੀ ਜੋੜਦੇ ਹੋ ਕਿ ਜਿਹੜੀ ਮਾਜੂਸੀ ਅਰਜੀਤ ਸਿੰਘ ਦੇ ਜਾਣ ਦੇ ਨਾਲ ਹੋਈ, ਅੰਗਰੇਜ਼ਾਂ ਦੀ ਚੜ੍ਹਤ ਹੋਈ, ਉਹਦੇ ਨਾਲ ਸਾਡੀ ਫਿਰ ਨਾਬਰਤਾ ਫਿਰ ਜਾਗਦੀ ਹੈਗੀ ਹੈ। ਤੇ ਉਹਦੇ ਅਸਲ ਵਿੱਚ ਉਹ ਸਮੇਂ ਦਾ ਹੀ ਇਹ ਸ਼ੀਸ਼ਾ ਹੈ। ਉਦੋਂ ਲੋਕਾਂ ਦੇ ਲੋਕ ਨਾਇਕ ਸਰਕਾਰਾਂ ਤੇ ਤਖਤਾਂ ਦੇ ਲਈ ਡਾਕੂ ਹੁੰਦੇ ਸੀ। ਠੀਕ ਹੈ। ਅੱਜ ਦੇ ਸਮੇਂ ਦੇ ਵਿੱਚ ਜੋ ਆਪਣੇ ਹੱਕਾਂ ਲੜੇ ਸਰਕਾਰਾਂ ਲਈ ਅੱਤਵਾਦੀ ਨੇ। ਹਾਂ ਠੀਕ ਹੈ। ਸ਼ਬਦ ਬਦਲ ਜਾਂਦੇ ਨੇ ਤੇ ਸਭ ਕੁਝ ਚੀਜ਼ ਉਹੀ ਹੈ ਜਦੋਂ ਇਤਿਹਾਸ ਫੋਲਦੇ ਆ। ਬਿਲਕੁਲ। ਪਰ ਉਹਨਾਂ ਨੂੰ ਜਦੋਂ ਉਦੋਂ ਬਾਅਦ ਇਤਿਹਾਸ ਦੇ ਵਿੱਚ ਉਹ ਦਰਜ ਹੁੰਦੇ ਆ ਤਾਂ ਉਹੀ ਅੱਤਵਾਦੀ ਜਿਹੜੇ ਸੀ ਉਹ ਨਾਇਕ ਬਣ ਜਾਂਦੇ ਆ। ਸਹੀ ਗੱਲ। ਤੇ ਇੱਕ ਕਵੀਸ਼ਰੀ ਦੀ ਗੱਲ ਕੀਤੀ, ਮਤਲਬ ਗਾਉਣ ਦੀ ਗੱਲ ਕਰੀਏ, ਕਵੀਸ਼ਰੀ ਨੂੰ ਜੇ ਆਪਾਂ ਗਾਉਣ ਨਾਲ ਹੀ ਜੋੜ ਲੈਂਦੇ ਹਾਂ, ਪਰ ਜਦੋਂ ਗਾਉਣ ਦੀ ਗੱਲ ਆਉਂਦੀ ਹੈ ਤੇ ਵਿੱਚ ਕਿੰਨੀਆਂ ਸਾਰੀਆਂ ਵਿਧਾਵਾਂ ਆ ਜਾਂਦੀਆਂ ਨੇ, ਹੋਰ ਚੀਜ਼ਾਂ ਵੀ ਆ ਜਾਂਦੀਆਂ ਨੇ, ਬੋਲੀਆਂ ਆ ਜਾਂਦੀਆਂ ਨੇ, ਗਿੱਧੇ ਭੰਗੜੇ ਵਿੱਚ ਜੋ ਵਰਤਦੇ। ਤਾਂ ਇਹਦੇ ਵਿੱਚ ਤੁਸੀਂ ਕੀ ਜਿਹੜੀ ਇਹ ਮੇਰੀ ਕਿਤਾਬ ਹੈ ਨਾ ਮਲਵਈ ਗਾਉਣ ਦੀ ਜੀ, ਇਹ ਕਿਤਾਬ ਮੇਰੀ ਨਰੋਲ ਤੇ ਨਰੋਲ ਜਿਹੜੇ ਵਿਆਹ ਦੇ ਵਿੱਚ ਲੰਮੇ ਗੀਤ ਗਾਏ ਜਾਂਦੇ ਆ, ਉਹ ਗੀਤਾਂ ਦੇ ਉੱਤੇ ਆਧਾਰਿਤ ਹੈਗੀ ਹੈ ਜੀ। ਵਿਸ਼ੇਸ਼ਤਾ ਇਹ ਹੈਗੀ ਹੈ ਕਿ ਸਾਡੀ ਜਿੰਨੀ ਵੀ ਗੀਤਕਾਰੀ ਹੈਗੀ ਹੈ ਜੀ, ਇਹ ਬੜੀ ਇੱਕ ਅੱਗੇ ਹੋਰ ਖੋਜ ਦੀ ਗੱਲ ਹੈਗੀ ਹੈ ਕਿ ਕੀ ਕਾਰਨ ਹੈ ਕਿ ਇਹਦੇ ਜਿਹੜੇ ਰਚੇਤਾ ਹੈ, ਇਹਨੂੰ ਰਚਣ ਵਾਲੀਆਂ ਉਹ ਔਰਤਾਂ ਹੀ ਹੈ। ਉਹ ਔਰਤਾਂ ਇਹਦੇ ਵਿੱਚੋਂ ਨਾਂ ਦੇ ਤੌਰ ਤੇ ਗਾਇਬ ਹੈ ਕਿ ਕਿਹਨੇ ਲਿਖੇ ਗੀਤ ਇਹ ਨਹੀਂ ਪਤਾ ਹੈਗਾ, ਪਰ ਔਰਤਾਂ ਵੱਲੋਂ ਹੀ ਲਿਖੇ ਗਏ, ਔਰਤਾਂ ਵੱਲੋਂ ਹੀ ਗਾਏ ਗਏ ਤੇ ਔਰਤਾਂ ਵੱਲੋਂ ਹੀ ਸੰਭਾਲੇ ਗਏ। ਕਿੰਨਾ ਖਜ਼ਾਨਾ ਵਿਸ਼ਾਲ ਹੈ ਇਹਨਾਂ ਦਾ, ਕਿੰਨਾ ਬਹੁਤ ਖਜ਼ਾਨਾ ਇਹਨਾਂ ਦਾ ਵਿਸ਼ਾਲ ਹੈਗਾ। ਕਿਉਂ ਔਰਤ ਵੱਲੋਂ ਹੀ ਕਿਉਂ ਲਿਖੇ ਗਏ, ਔਰਤ ਵੱਲੋਂ ਹੀ ਕਿਉਂ ਗਾਏ ਗਏ? ਕਿਉਂਕਿ ਜਿੰਨਾ ਦਮਨ ਔਰਤ ਦਾ ਸਮਾਜ ਦੇ ਵਿੱਚ ਉਸ ਵੇਲੇ ਹੁੰਦਾ ਰਿਹਾ, ਅੱਜ ਦੇ ਆਧੁਨਿਕ ਦੌਰ ਦੇ ਵਿੱਚ ਇਹਦੇ ਮੁਕਾਬਲੇ ਦਾ ਕੁਝ ਵੀ ਨਹੀਂਗਾ। ਮੱਧ ਕਾਲ ਦੇ ਵਿੱਚ ਜਿੰਨਾ ਦਮਨ ਔਰਤ ਦਾ ਹੁੰਦਾ ਰਿਹਾ, ਉਸ ਦਮਨ ਦੀ ਜਿਹੜੀ ਸੀ ਜਿਹੜੀ ਹੇਕ ਸੀ, ਉਸ ਦਮਨ ਦਾ ਜਿਹੜਾ ਪ੍ਰਗਟਾਵਾ ਸੀ, ਉਹ ਆਪਣੇ ਨਾਲ ਗੀਤਾਂ ਰਾਹੀਂ ਕਰ ਸਕਦੇ। ਸਹੀ ਗੱਲ ਆ। ਹੁਣੇ ਤੁਸੀਂ ਜ਼ਿਕਰ ਕਰ ਰਹੇ ਹੋ, ਮੇਰੇ ਸਾਹਮਣੇ ਇੱਕ ਲਾਈਨ ਮਸਲਾ ਆਇਆ ਸੀ ਰਾਤੀ ਜੀ ਚੜ ਸੁੱਤਾ ਸੁਭਾਈ, ਕਦੇ ਨਾ ਪੁੱਛਿਆ ਸਿੰਘ ਜੀ ਦਿਲ ਦੀਆਂ ਬਾਤੀ। ਹਾਂ ਕਿਆ ਗੱਲ ਹੈ ਵੀ ਉਦੋਂ ਸੰਘਰਸ਼ ਸੀ, ਬੰਦੇ ਬਾਹਰ ਰਹਿੰਦੇ ਸੀ, ਜਿਹੜੀ ਔਰਤ ਹੈ ਉਹ ਦਿਲ ਦੇ ਵਲਵਲੇ ਕਿਹਦੇ ਨਾਲ ਸਾਂਝੇ ਕਰਦੀ, ਤਾਂ ਉਹ ਇਹ ਰੂਪ ਸੀ ਵੀ ਕਿੱਥੇ ਕਦੋਂ ਇਕੱਠੇ ਹੁੰਦੇ ਤਾਂ ਉਹਨਾਂ ਨੇ ਬੋਲਣਾ ਇਹ ਚੀਜ਼, ਦਿਲ ਦੀ ਹੂਕ ਜਿਹੜੀ ਨਿਕਲੀ ਹੋਈ ਆ। ਕਿਉਂਕਿ ਜਦੋਂ ਵਕਤ ਕੋਲ ਤੇ ਜਦੋਂ ਇਤਿਹਾਸ ਲਿਖਿਆ ਜਾਂਦਾ ਨਾ, ਤਾਂ ਸਿਰਫ ਉਹ ਤਵਾਰੀਖੀ ਇਨਸਾਨਾਂ ਦੇ ਦੁਆਲੇ ਘੁੰਮਦਾ, ਪਰ ਜਿਹੜਾ ਸਾਹਿਤ ਦੇ ਵਿੱਚ ਇਤਿਹਾਸ ਲਿਖਿਆ ਜਾਂਦਾ ਉਹ ਸਮਾਜ ਦੇ ਹਾਲਾਤਾਂ ਨੂੰ ਬਿਆਨ ਕਰ ਦਿੰਦਾ, ਉਦੋਂ ਦੇ ਲੋਕਾਂ ਦੀ ਸੋਚਣੀ ਨੂੰ ਬਿਆਨ ਕਰਦਾ। ਥੋੜਾ ਬਹੁਤ ਵਧੀਆ ਇੱਕ ਮੈਨੂੰ ਬਲ ਬਖਸ਼ਿਆ ਗੱਲ ਕਹਿਣ ਦੇ ਲਈ ਤੁਹਾਡੀ ਗੱਲ ਦੇ ਨਾਲ ਕਿ ਜਿਹੜੇ ਸਿੰਘ ਜੰਗਲਾਂ 'ਚ ਰਹਿੰਦੇ ਹੋਣ, ਘੋੜੇ ਦੇ ਉੱਤੇ ਸੌਂਦੇ ਹੋਣ, ਇਹੋ ਜਿਹਾ ਸਮਾਂ ਪੈੜਾ ਹੋਵੇ ਤੇ ਔਰਤ ਘਰੇ ਇਕੱਲੀ ਹੋਵੇ, ਉਹਦੀ ਫਿਰ ਆਹ ਜਿਹੜੀ ਤੁਸੀਂ ਗੀਤਾਂ ਦੀ ਟੂਕ ਬੋਲੀ ਹੈ, ਇਹ ਹੂਕ ਇਹੀ ਫਿਰ ਨਿਕਲੇਗੀ। ਉਹ
ਸਹੀ ਗੱਲ ਹੈ। ਤੇ ਖੈਰ ਗੱਲਾਂ ਕਿਹਦੀਆਂ ਕਾਫੀ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਵਿਸ਼ੇ ਨੇ ਬੜੇ ਹੀ ਦਿਲੋਂ ਛੂਹਣੇ ਵਾਲੇ ਵਿਸ਼ੇ ਨੇ, ਜਿੰਨੀ ਗੱਲ ਕਰੀਏ ਆਪਾਂ ਥੋੜ੍ਹੀ ਹੈ। ਖੈਰ ਹੁਣ ਇੱਕ ਜਿਹੜੀ ਆਪਾਂ ਕਿਤਾਬ ਦਾ ਤੁਹਾਡੀ ਮੈਂ ਜ਼ਿਕਰ ਕਰ ਲੈਂਦਾ, ਹੁਣੇ ਜਿਹੜੀ ਰੀਸ ਹਾਲ ਹੀ ਦੇ ਵਿੱਚ ਆਈ ਹੈ, ਭਾਰਤੀ ਸਾਹਿਤ ਅਕਾਦਮੀ ਪੁਸਤਕ ਅਤੇ ਪੁਰਸਕਾਰ। ਇਹ ਕਿਤਾਬ ਦੇ ਵਿੱਚ ਤੁਸੀਂ ਜਿਵੇਂ ਆਪਾਂ ਮਿਹਨਤ ਮੁਸ਼ੱਕਤ ਦੀ ਗੱਲ ਕਰੀਏ ਤਾਂ ਕੀ ਤੁਸੀਂ ਦਰਸ਼ਕਾਂ ਦੇ ਪਾਠਕਾਂ ਦੇ ਲਈ ਇਸ ਵਿੱਚ ਦਿੱਤਾ ਹੋਇਆ? ਇਹ ਜਿਹੜੀ ਕਿਤਾਬ ਮੇਰੀ ਆਈ ਹੈ ਪੁਸਤਕ ਤੇ ਪੁਰਸਕਾਰ, ਇਹਨੂੰ ਸਾਲ ਕੁ ਹੋਇਆ ਇਹ ਕਿਤਾਬ ਆਈ ਨੂੰ ਜੀ, ਪਰ ਮੇਰੀ ਜ਼ਿੰਦਗੀ ਦਾ ਕੋਈ ਲਾਈਕ ਜੇ ਮੈਂ ਕਹੀਏ ਕਿ ਮੇਰੀ ਜ਼ਿੰਦਗੀ ਦਾ ਲਗਭਗ 10 ਸਾਲ ਇਹ ਕਿਤਾਬ ਨੂੰ ਤਿਆਰ ਕਰਦੇ ਲੱਗ ਗਏ। ਭਾਰਤੀ ਸਾਹਿਤ ਅਕਾਦਮੀ ਜਿਹਦੇ ਸਭ ਤੋਂ ਪਹਿਲੇ ਜਿਹੜੇ ਚੇਅਰਮੈਨ ਸੀ ਉਹ ਜਵਾਹਰ ਲਾਲ ਨਹਿਰੂ ਆਪ ਖੁਦ ਸੀ ਜਦੋਂ ਸਾਡੇ ਉਹ ਪ੍ਰਾਈਮ ਮਿਨਿਸਟਰ ਸੀ ਜੀ। ਤਾਂ ਇਹ ਹਰ ਜਿਹੜੀ ਭਾਸ਼ਾ ਭਾਰਤ ਦੇ ਵਿੱਚ ਸਾਡੇ ਸੰਵਿਧਾਨ ਦੇ ਮੁਤਾਬਕ ਜਿਹੜੀ ਭਾਸ਼ਾ ਨੂੰ ਮਾਨਤਾ ਦਿੱਤੀ ਹੋਈ ਹੈ ਉਸ ਭਾਸ਼ਾ ਦੇ ਲੇਖ ਦੀ ਕਿਸੇ ਇੱਕ ਕਿਤਾਬ ਨੂੰ ਹਰ ਸਾਲ ਜਿਹੜਾ ਹੈਗਾ ਉਹ ਪੁਰਸਕਾਰ ਦਿੱਤਾ ਜਾਂਦਾ ਹੈਗਾ। ਉਹਦੇ ਵਿੱਚ ਪੰਜਾਬੀ ਵੀ ਹੈ। ਸਾਡਾ ਜਿਹੜਾ 1955 'ਚ ਜਿਹੜਾ ਪਹਿਲਾ ਇਨਾਮ ਮਿਲਿਆ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਦੇ ਵਿੱਚ, ਉਹ ਭਾਈ ਵੀਰ ਸਿੰਘ ਨੂੰ ਦਿੱਤਾ ਗਿਆ, ਮੇਰੇ ਸਾਈਆਂ ਜੀ ਉਹ। ਤੇ 1955 ਤੋਂ ਲੈ ਕੇ 2018 ਤੱਕ ਜੀ ਹੁਣ ਤੱਕ ਜਿੰਨੇ ਇਨਾਮ ਮਿਲ ਚੁੱਕੇ ਆ ਪੰਜਾਬ ਦੀਆਂ ਕਿਤਾਬਾਂ ਨੂੰ, ਪੰਜਾਬੀ ਦੀਆਂ ਕਿਤਾਬਾਂ ਨੂੰ, ਉਹਨਾਂ ਦੇ ਉੱਤੇ ਸਾਰੀ ਮੇਰੀ ਇੱਕ ਦਸਤਾਵੇਜ਼ ਜੀ ਇਹ ਕਿਤਾਬ ਹੈ। ਇਹ ਜੇ ਇਹਦੇ ਵਿੱਚ ਕੋਈ ਅਤਕਥਨ ਨਹੀਂ ਹੋਏਗੀ ਕਿ ਬਾਕੀ ਭਾਸ਼ਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਕੀਤਾ ਹੋਇਆ ਕੰਮ ਅਜੇ ਨਹੀਂ ਮਿਲਦਾ ਹੈਗਾ, ਪੰਜਾਬੀ ਦੇ ਵਿੱਚ ਹੀ ਮੈਂ ਇਹ ਕੰਮ ਕੀਤਾ ਹੈਗਾ ਕਿ 55 ਤੋਂ ਲੈ ਕੇ 2018 ਤੱਕ ਜਿਹੜੇ ਇਨਾਮ ਮਿਲ ਚੁੱਕੇ ਹੈ, ਜਿਹੜੇ ਕਿਹੜੀਆਂ ਕਿਤਾਬਾਂ ਨੂੰ ਮਿਲ ਚੁੱਕੇ ਹੈ, ਕਿਹੜੇ ਸੰਨ 'ਚ ਮਿਲੇ, ਉਹ ਕਿਤਾਬ ਦਾ ਕੀ ਮੁੱਲ ਹੈਗਾ ਉਸ ਕਿਤਾਬ ਦਾ, ਉਹ ਕਿਤਾਬ ਦੀ ਕਿਹੜੀ ਵਿਧਾ ਹੈ ਜਾਂ ਨਾਟਕ ਆ ਜਾਂ ਨਾਵਲ ਆ, ਕਿਹੜੀ ਵਿਧਾ ਹੈਗੀ ਹੈ, ਉਹਦੇ ਬਾਰੇ ਕੰਟਰੋਵਰਸੀ ਕੀ ਉੱਠਦੀ ਰਹੀ, ਇਹ ਸਾਰਾ ਕੁਝ ਇਹ ਕਿਤਾਬ ਦੇ ਵਿੱਚ ਮੈਂ ਦੱਸਿਆ। ਇਹ ਆਪਣੇ ਤੌਰ ਤੇ ਇੱਕ ਦਸਤਾਵੇਜ਼ ਕਿਤਾਬ ਬਣ ਜੂ। ਬਸ ਇੱਕ ਹੁੰਦਾ ਵੀ ਚਲੋ ਆਪਾਂ ਲੇਖਕ ਤਾਂ ਹੈ ਹੀ ਆ, ਪਰ ਆਪਾਂ ਲਿਖਤ ਦੇ ਨਾਲ ਇੱਕ ਪਾਠਕ ਵੀ ਹੋਵੇ, ਕਿਉਂਕਿ ਜਦੋਂ ਤੁਸੀਂ ਪੜ੍ਹਦੇ ਹੋ ਉਹ ਤੁਹਾਡੇ ਤੇ ਪ੍ਰਭਾਵ ਛੱਡਦਾ, ਆਪਣੀ ਛਾਪ ਛੱਡਦਾ। ਤੇ ਤੁਹਾਡੇ ਜੇਕਰ ਲਾਈਫ ਜ਼ਿੰਦਗੀ ਦੀ ਗੱਲ ਕਰੀਏ, ਤੁਹਾਡੀ ਲਿਖਣੀ ਦੀ ਗੱਲ ਕਰੀਏ, ਤਾਂ ਪਾਠਕ ਦੇ ਤੌਰ ਤੇ ਜੇ ਤੁਹਾਨੂੰ ਤੁਹਾਡੀ ਪਛਾਣ ਦੀ ਗੱਲ ਕਰੀਏ ਤਾਂ ਤੁਸੀਂ ਕਿਸ ਚੀਜ਼ ਨੇ ਜ਼ਿਆਦਾ ਅਸਰ ਪਾਇਆ ਤੁਹਾਡੇ ਤੇ? ਕਈ ਕਿਤਾਬਾਂ ਹੁੰਦੀਆਂ ਨੇ ਵੀ ਪੜ੍ਹਦੇ ਹਾਂ ਤਾਂ ਸਭ ਤੋਂ ਜ਼ਿਆਦਾ ਦਿਲ ਦੇ ਨੇੜੇ ਹੁੰਦੀਆਂ ਨੇ, ਤੇ ਇੱਕ ਅੱਧੀ ਕਿਤਾਬ ਦਾ ਮੈਂ ਤੁਹਾਡੇ ਤੋਂ ਜ਼ਰੂਰ ਜ਼ਿਕਰ ਲੈਣਾ ਚਾਹੂੰਗਾ। ਵੇਖੋ, ਕਿਤਾਬਾਂ ਦੇ ਜਿਹੜੀਆਂ ਕਿਤਾਬਾਂ ਅੱਜ ਕੱਲ੍ਹ ਛਪ ਰਹੀਆਂ, ਬੜੀਆਂ ਛਪ ਰਹੀਆਂ, ਬੜੀਆਂ ਆਉਂਦੀਆਂ, ਉਹ ਤੇ ਰਿਵਿਊ ਵੀ ਲਿਖੀ ਦੇ ਹੈ, ਪੇਪਰ ਵੀ ਲਿਖੀ ਦੇ ਹੈ, ਪੜ੍ਹੀ ਦੀ ਹੈਗੀ ਹੈ। ਵਿਸ਼ੇਸ਼ ਕਰ ਇਹ ਗੱਲ ਦਾ ਖਿਆਲ ਰੱਖੀਦਾ ਕਿ ਜਿਹੜੀ ਲੋਕਧਾਰਾ ਉੱਤੇ, ਕਲਚਰ ਦੇ ਉੱਤੇ ਜਿਹੜੀ ਕਿਤਾਬ ਆਈ ਹੈ ਉਹ ਮੇਰੇ ਅੱਖਾਂ ਰਾਹੀਂ ਜ਼ਰੂਰ ਲੰਘ ਜੇ, ਮੈਨੂੰ ਉਹਦਾ ਪਤਾ ਹੋਵੇ। ਪਰ ਹੁਣ ਜਿਹੜੀ ਹੁਣੇ ਇੱਕ ਕਿਤਾਬ ਆਈ ਹੈਗੀ ਹੈ, ਸਾਡੇ ਬਹੁਤ ਇੱਕ ਸਮਰੱਥ ਲੇਖ ਹੈਗੇ ਹੈ ਗੁਰਬਚਨ ਸਿੰਘ ਭੁੱਲਰ ਜੀ, ਔਰਤ ਅਤੇ ਸਮਾਜ ਜੀ। ਉਹਨਾਂ ਨੇ ਪਹਿਲਾ ਇੱਕ ਨਾਵਲ ਲਿਖਿਆ। ਉਹ ਨਾਵਲ ਆਪਣੇ ਤੌਰ ਤੇ ਤਾਂ ਹੈ ਸੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਦੇ ਉੱਤੇ, ਪਰ ਕਈ ਲੋਕਾਂ ਨੇ ਉਸ ਕਿਤਾਬ ਨੂੰ ਇਹ ਸਮਝ ਲਿਆ ਕਿ ਇੱਕ ਵਾਰਤਕ ਦੀ, ਜਿਵੇਂ ਕੋਈ ਅੰਮ੍ਰਿਤਾ ਪ੍ਰੀਤਮ ਦੇ ਉੱਤੇ ਇੱਕ ਜੀਵਨੀ ਲਿਖੀ ਹੋਵੇ। ਤਾਂ ਉਹ ਨਾਵਲ ਦੇ ਬਾਰੇ ਇਹ ਜਨਮ ਤੁਮਾਰੇ ਲੇਖੇ, ਇਹ ਉਹਨਾਂ ਨਾਵਲ ਆਇਆ ਜਿਹੜਾ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਦੇ ਉੱਤੇ ਆਧਾਰਿਤ ਹੈਗਾ। ਪਰ ਉਹਦੇ ਤੇ ਆਧਾਰਿਤ ਹੋਣ ਦੇ ਬਾਵਜੂਦ ਉਹ ਇੱਕ ਨਾਵਲ ਆਪਣੇ ਪੂਰੇ ਉਹਦੀ ਸਮਰੱਥਾ ਦੇ ਵਿੱਚ। ਤਾਂ ਉਹਨਾਂ ਉੱਤੇ ਜਿਹੜੀ ਕਿਤਾਬ ਫਿਰ ਉਹਨਾਂ ਨੇ ਲਿਖੀ ਕਿ ਉਸ ਨੂੰ ਲੋਕਾਂ ਨੇ ਜੀਵਨੀ ਕਿਉਂ ਕਿਹਾ, ਨਾਵਲ ਨੂੰ ਉਸ ਨੂੰ ਕਿਉਂ ਨਹੀਂ ਕੁਝ ਲੋਕਾਂ ਨੇ ਸਮਝਿਆ। ਉਹਦੇ ਉੱਤੇ ਜਾਣ ਬੁੱਝ ਕੇ ਨਾਰੀਵਾਦੀ ਇੱਕ ਦ੍ਰਿਸ਼ਟੀਕੋਣ ਪੇਸ਼ ਕਰਕੇ ਉਸ ਨਾਵਲ ਦੀ ਜਿਹੜੀ ਲੋਕਾਂ ਨੇ ਚਰਚਾ ਕੀਤੀ, ਉਹਦੇ ਉੱਤੇ ਕਿਤਾਬ ਇਹ ਆਈ ਹੈਗੀ ਹੈ। ਇਹ ਕਿਤਾਬ ਮੈਂ ਸਾਰੀ ਪੜ੍ਹੀ ਹੈ ਅਤੇ ਮੈਂ ਬੜਾ ਪ੍ਰਭਾਵਿਤ ਹੋਇਆ ਭੁੱਲਰ ਸਾਹਿਬ ਦੇ ਇਹ ਯਤਨ ਦੇ ਉੱਤੋਂ ਕਿ ਜਿਹੜਾ ਸਮਾਜ ਹੈ ਅਤੇ ਔਰਤ ਹੈ ਉਹਦਾ ਆਪਸ ਦੀ ਕੀ ਰਿਸ਼ਤਾ ਹੈਗਾ। ਵਿਸ਼ੇਸ਼ ਕਰਕੇ ਉਹਨਾਂ ਦੀ ਗੱਲ ਮੈਨੂੰ ਬੜੀ ਚੰਗੀ ਲੱਗਦੀ ਹੈਗੀ ਹੈ ਕਿ ਜਿਹੜੀ ਧਰਤੀ ਦੀ ਗਰੂਰਤ ਹੈ, ਉਸ ਗਰੂਰਤਾ 'ਚੋਂ ਕੋਈ ਬਾਹਰ ਨਿਕਲ ਜੇ ਤਾਂ ਫਿਰ ਸਮਾਨ ਚਲਾ ਜਾਂਦਾ, ਵਾਪਸ ਨਹੀਂ ਆਉਂਦਾ ਹੈਗਾ ਜੀ। ਇਸ ਤਰ੍ਹਾਂ ਹੀ ਕੋਈ ਮਨੁੱਖ ਹੈ,
ਵਿਸ਼ੇਸ਼ ਕਰਕੇ ਜਿਹੜੀ ਗੱਲ ਹੈ ਉਹ ਔਰਤ ਹੈ ਜਿਹੜੀ ਵੀ ਕਹੇ ਕਿ ਮੈਂ ਸਮਾਜ ਨਾਲੋਂ ਵੱਖਰੀ ਹੋ ਕੇ ਸਮਾਜ ਦੀਆਂ ਕਦਰਾਂ ਕੀਮਤਾਂ ਦੀ ਗਰੂਰਤਾ ਚੋਂ ਨਿਕਲ ਕੇ ਜਿਹੜੀ ਉਹਦੀ ਗ੍ਰੈਵਿਟੀ ਹੈ ਉਹਦੇ ਵਿੱਚੋਂ ਨਿਕਲ ਕੇ ਮੈਂ ਜਿਉਣਾ ਚਾਹਾਂਗੀ, ਤਾਂ ਉਹ ਔਰਤ ਜਿਹੜੀ ਹੈਗੀ ਹੈ ਉਹਦੇ ਬਾਰੇ ਕੁਝ ਕਿੰਤੂ ਪ੍ਰੰਤੂ ਜਿਹੜੇ ਆ ਉਹ ਉਠਾਏ ਗਏ ਹੈ ਤੇ ਉਹਨਾਂ ਬਾਰੇ ਕਿਤਾਬ ਕੀਤੀ। ਮੈਨੂੰ ਇਹ ਕਿਤਾਬ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਜੀ ਜੀ ਤੇ ਕੀ ਸਾਹਿਬ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਵਕਤ ਦੇਣ ਦੇ ਲਈ ਤੇ ਸਾਰੀ ਗੱਲਬਾਤ ਬਹੁਤ ਚੰਗਾ ਲੱਗਿਆ, ਬਹੁਤ ਵਧੀਆ। ਤੁਸੀਂ ਮੈਨੂੰ ਉਤੇਜਿਤ ਵੀ ਬਹੁਤ ਵਧੀਆ ਕੀਤਾ, ਮੈਥੋਂ ਗੱਲਾਂ ਹੀ ਵਧੀਆ ਕਰਾਈਆਂ, ਸੋ ਸਦਾ ਯਾਦ ਰਹਿਣਗੀਆਂ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਡਾਕਟਰ ਲਾਭ ਸਿੰਘ ਖੀਵਾ ਜੀ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਬਾਰੇ ਤੇ ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਵਿੱਚ ਜੋ ਵਿਧਾਵਾਂ ਨੇ, ਲੋਕ ਧਾਰਾਵਾਂ ਨੇ, ਲੋਕ ਗੀਤ ਨੇ, ਬੋਲੀਆਂ ਨੇ, ਕਵਿਸ਼ਰੀ ਹੈ, ਉਹਨਾਂ ਉੱਤੇ ਗੱਲਬਾਤ ਕੀਤੀ ਆਪਣੀ ਕਿਤਾਬਾਂ ਬਾਰੇ। ਸੋ ਉਮੀਦ ਕਰਦੇ ਸਾਰੇ ਦਰਸ਼ਕਾਂ ਨੇ ਇਸ ਗੱਲਬਾਤ ਨੂੰ ਜ਼ਰੂਰ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਫ਼ਰ ਦੇ ਨਾਲ, ਇੱਕ ਸਾਹਿਤਕਾਰ ਦੇ ਨਾਲ ਫਿਰ ਤੋਂ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ ਤੇ ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।